ਸਤਿ ਸ਼੍ਰੀ ਅਕਾਲ ਜੀ। ਟੀਵੀ ਪੰਜਾਬ ਲਈ ਮੈਂ ਦਵੀ ਦਵਿੰਦਰ ਕੌਰ। ਅਗਸਤ 1947 ਆਜ਼ਾਦੀ ਜਾਂ ਵੰਡ ਅਤੇ ਉਜਾੜੇ ਦੀ ਦਾਸਤਾਨ। ਇਸ ਸਿਲਸਿਲੇ ਵਿੱਚ ਅਸੀਂ ਤੁਹਾਨੂੰ ਕਈ ਹਸਤੀਆਂ ਨਾਲ ਮਿਲਾਇਆ ਜਿਨ੍ਹਾਂ ਨੇ ਉਹ ਵਾਕਿਆ ਅੱਖੀਂ ਵੇਖਿਆ, ਉਹ ਬਹੁਤ ਖਤਰਨਾਕ ਮਾਰਕਾਟ ਵਾਲੇ ਮੰਜ਼ਰ ਦੇਖੇ ਜਾਂ ਖੁਦ ਆਪਣੇ ਸਕੇ ਪਿਆਰੇ ਗੁਆਏ ਉਸ ਹਿੰਸਾ ਵਿੱਚ। ਪੰਜਾਬ ਟੁਕੜੇ ਟੁਕੜੇ ਹੋਇਆ, ਪਰ ਇਸ ਦੇ ਨਾਲ ਹੀ ਉਹਨਾਂ ਦੀ ਜਿਹੜੀ ਜਿਉਣ ਦੀ ਤਾਂਘ, ਸਿੱਕ ਅਤੇ ਨਫਾਸਤ ਅਤੇ ਖੂਬਸੂਰਤੀ ਬਰਕਰਾਰ ਰੱਖੀ ਉਹਨਾਂ ਨੇ। ਇਹ ਗੱਲ ਉਹਨਾਂ ਨੂੰ ਅਸੀਂ ਸਲਾਮ ਪੇਸ਼ ਕਰਦੇ ਹਾਂ ਇਸ ਕਰਕੇ ਕਿਉਂਕਿ ਉਹ ਬਹੁਤ ਖੂਬਸੂਰਤ ਅਤੇ ਦਲੇਰ ਇਨਸਾਨ ਨੇ। ਅੱਜ ਅਸੀਂ ਇਸ ਲੜੀ ਵਿੱਚ ਗੱਲ ਕਰਦੇ ਹਾਂ ਕਹਾਣੀਕਾਰ, ਕਵਿੱਤਰੀ ਅਤੇ ਖੂਬਸੀਰਤ ਇਨਸਾਨ ਤਾਰਨ ਗੁਜਰਾਲ ਜੀ। ਤਾਰਨ ਗੁਜਰਾਲ ਜੀ, ਟੀਵੀ ਪੰਜਾਬ 'ਤੇ ਤੁਹਾਡਾ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤਾਰਨ ਜੀ, ਤੁਸੀਂ 1947 ਵੇਲੇ ਇੰਨੇ ਕੁ ਵੱਡੇ ਹੋ ਗਏ ਸੋ ਉਮਰ ਦੇ ਉਸ ਪੜਾਅ 'ਤੇ ਸੋ ਕਿ ਤੁਹਾਨੂੰ ਸਾਰੇ ਕੁਛ ਦੀ ਸਮਝ ਸੀ। ਅਤੇ ਉਹ ਮੰਜ਼ਰ ਕਿਹੋ ਜਿਹਾ ਸੀ ਕਿਉਂਕਿ ਤੁਸੀਂ ਪਾਕਿਸਤਾਨ ਵਾਲੇ ਪਾਸਿਓਂ ਜਾਂ ਲਹਿੰਦੇ ਪੰਜਾਬ ਵਾਲੇ ਪਾਸਿਓਂ ਇੱਧਰ ਆਏ ਹੋ, ਅਤੇ ਉਹ ਕਿਹੋ ਜਿਹੇ ਹਾਲਾਤ ਸਨ ਉਸ ਵੇਲੇ, ਅਤੇ ਤੁਸੀਂ ਉਦੋਂ ਕਿੱਥੇ ਪੜ੍ਹਦੇ ਸੀ? ਸਹੀ ਤੁਹਾਡੀ ਉਮਰ ਕਿੰਨੀ ਸੀ, ਸਾਨੂੰ ਇਹ ਦੱਸੋ। ਮੇਰਾ 1931 ਦਾ ਜਨਮ ਹੈ ਨਨਕਾਣਾ ਸਾਹਿਬ ਦਾ। ਉਸ ਵੇਲੇ ਮੇਰੇ ਪਿਤਾ ਜੀ ਉੱਥੇ ਪੜ੍ਹਾਉਂਦੇ ਸਨ, ਹੈਡ ਮਾਸਟਰ ਸਨ ਖਾਲਸਾ ਸਕੂਲ ਦੇ। ਪਰ ਕੁਛ ਕਮੇਟੀ ਦੇ ਨਾ ਉਹਨਾਂ ਦੀ ਕੁਛ ਖਿਆਲ ਨਹੀਂ ਸਨ ਮਿਲਦੇ ਉਹਨਾਂ ਨਾਲ। ਇਹ ਬਹੁਤ ਮਾਡਰਨ ਖਿਆਲਾਂ ਦੇ ਸਨ ਮੇਰੇ ਪਿਤਾ ਜੀ, ਉਹ ਲੋਕ ਪੁਰਾਣੇ ਖਿਆਲਾਂ ਦੇ ਸਨ। ਅਤੇ ਇਹ ਮੇਰੇ ਪਿਤਾ ਜੀ ਅੰਮ੍ਰਿਤ ਛਕਾ ਕੇ ਉਹਨਾਂ ਨੂੰ ਸਿੰਘ ਸਜਾਇਆ ਹੋਇਆ ਸੀ। ਉਹ ਚਾਹੁੰਦੇ ਸਨ ਉਹਨਾਂ ਨੂੰ ਐਜੂਕੇਸ਼ਨ ਦੇਣਾ ਬੱਚਿਆਂ ਨੂੰ ਅਤੇ ਆਪਣੇ ਨਾਲ ਰਲਾਉਣਾ। ਇਸ ਕਰਕੇ ਨਾ ਫਿਰ ਉਹਨਾਂ ਦੇਖਿਆ ਵੀ ਇੱਥੇ ਮੇਰਾ ਨਹੀਂ ਹੋ ਸਕਦਾ, ਅਤੇ ਉਹਨਾਂ ਨੇ ਰਿਜ਼ਾਈਨ ਕਰ ਦਿੱਤਾ। ਅਟਾਰੀ ਉਹਨਾਂ ਨੂੰ ਜੋਬ ਮਿਲ ਗਈ। ਉੱਥੇ ਆ ਕੇ ਫਿਰ ਉਹਨਾਂ ਨੇ ਆਪ ਬਿਲਡਿੰਗ ਬਣਵਾਈ ਔਰ ਉੱਥੇ ਹਾਈ ਸਕੂਲ ਉੱਥੇ ਸ਼ੁਰੂ ਕੀਤਾ। ਪਹਿਲਾਂ ਇੱਕ ਪੁਰਾਣੀ ਜਿਹੀ ਬਿਲਡਿੰਗ ਸੀ, ਉੱਥੇ ਚੱਲਦਾ ਰਿਹਾ। ਉਸ ਤੋਂ ਬਾਅਦ ਬਹੁਤ ਸਕਸੈਸਫੁਲੀ ਉਹਨਾਂ ਨੇ 12 ਸਾਲ ਉਹ ਸਕੂਲ ਚਲਾਇਆ। ਉਸ ਤੋਂ ਬਾਅਦ ਫਿਰ ਉਹਨਾਂ ਨੇ ਠੇਕੇਦਾਰੀ ਚਲੇ ਗਏ ਉੱਧਰ ਕਰ। ਮੈਨੂੰ ਬਚਪਨ 'ਚ ਸ਼ੌਕ ਸੀ ਗਾਉਣ ਦਾ ਔਰ ਨੱਚਣ ਦਾ ਔਰ ਸਜਣ ਦਾ। ਬੜੀ ਚੰਚਲ ਸਾਂ, ਬਹੁਤ ਚੰਚਲ ਸਾਂ। ਅਤੇ ਉਹ ਦੇਖਦੇ ਸਨ ਮੈਨੂੰ ਕਹਿੰਦੇ ਸਨ ਤੈਨੂੰ ਮੈਂ ਸ਼ਾਂਤੀ ਨਿਕੇਤਨ ਭੇਜਾਂਗਾ, ਉੱਥੇ ਸਿੱਖੇਗੀ, ਸੰਗੀਤ ਸਿੱਖੇਗੀ ਔਰ ਉੱਥੇ ਟੈਗੋਰ ਦੇ ਉੱਥੇ ਪੜ੍ਹੇਗੀ। ਅਤੇ ਮੇਰੇ ਮਾਂ ਔਰ ਦਾਦੀ ਉਹ ਕਹਿਣਗੇ ਕੁੜੀ ਸੱਤਿਆਨਾਸ ਹੋ ਜਾਏਗੀ, ਉੱਥੇ ਅਸੀਂ ਕਿਧਰੇ ਬਾਹਰ ਨਹੀਂ ਭੇਜਣਾ, ਇੱਥੇ ਰੱਖਣਾ ਆਪਣੇ ਕੋਲ। ਅਤੇ ਪਰ ਉਹਨਾਂ ਦੀ ਬੜੀ ਰੀਝ ਸੀ ਕਿ ਮੈਨੂੰ ਭੇਜਣ। ਫਿਰ ਮੀਨਵਾਈਲ ਮੈਂ ਮੇਰੇ ਖਿਆਲ 'ਚ 5ਵੀਂ 'ਚ ਪੜ੍ਹਦੀ ਸਾਂ ਜਿਸ ਵੇਲੇ, ਅਤੇ ਮੇਰੇ ਸਭ ਤੋਂ ਵੱਡੇ ਭੈਣ ਜੀ ਉਹ ਪੜ੍ਹਦੇ ਸਨ ਲੇਡੀ ਮੈਕਲੈਗਨ 'ਚ ਲਾਹੌਰ, ਟ੍ਰੇਨਿੰਗ ਟੀਚਰਸ ਟ੍ਰੇਨਿੰਗ ਕਰ ਰਹੇ ਸਨ। ਅਤੇ ਉਹ ਪੰਜਾਬ 'ਚੋਂ ਫਸਟ ਆਏ, ਅਤੇ ਉਹਨਾਂ ਦੀਆਂ ਫਿਰ ਬਹੁਤ ਸਾਰੇ ਲੋਕਾਂ ਨੇ ਚਿੱਠੀਆਂ ਲਿਖੀਆਂ, ਬੁਲਾਇਆ ਕਿ ਤੁਸੀਂ ਆਫਰ ਦਿੱਤੀਆਂ ਕਿ ਪੜ੍ਹਾਉਣ ਵਾਸਤੇ। ਉਹਦੇ ਵਿੱਚ ਗੁਰਬਖਸ਼ ਸਿੰਘ ਪ੍ਰੀਤ ਲੜੀ ਉਹਨਾਂ ਦੀ ਵੀ ਚਿੱਠੀ ਸੀ ਕਿ ਅਸੀਂ ਆਪਣੇ ਸਕੂਲ ਵਾਸਤੇ ਇਸ ਨੂੰ ਇਨਵਾਈਟ ਕਰਨੇ ਆ। ਪਾਪਾ ਜੀ ਬੜੇ ਖੁਸ਼ ਹੋਏ, ਕਹਿਣਗੇ ਉੱਥੇ ਬਿਲਕੁਲ ਨਾਲ ਹੈ, 14 ਮੀਲ ਸੀ ਅਟਾਰੀ ਤੋਂ ਪ੍ਰੀਤਨਗਰ, ਅਤੇ ਟਾਂਗੇ 'ਤੇ ਆਈ ਜਾਈਦਾ ਸੀ, ਹੋਰ ਤਾਂ ਕੋਈ ਸਾਧਨ ਨਹੀਂ ਸੀ। ਅਤੇ ਫਿਰ ਉਹਨਾਂ ਦੇ ਨਾਲ ਭੈਣ ਜੀ ਨਾਲ ਉਹਨਾਂ ਨੇ ਮੈਨੂੰ ਪ੍ਰੀਤਨਗਰ ਭੇਜ ਦਿੱਤਾ ਕਿ ਇਹ ਉਹ ਸ਼ਾਂਤੀ ਨਿਕੇਤਨ ਵਰਗਾ ਹੀ ਹੈ। ਉੱਥੇ ਫਿਰ 2 ਸਾਲ ਮੈਂ ਪੜ੍ਹੀ, ਜਿੰਨਾ ਚਿਰ ਭੈਣ ਜੀ ਉੱਥੇ ਰਹੇ। ਫਿਰ ਉਹਨਾਂ ਨੂੰ ਗਵਰਨਮੈਂਟ ਜੋਬ ਮਿਲ ਗਈ ਭੈਣ ਜੀ ਨੂੰ, ਅਤੇ ਉੱਥੋਂ ਵਾਪਸ ਆ ਗਏ ਅਤੇ ਮੈਨੂੰ ਵੀ ਆਉਣਾ ਪਿਆ। ਪਰ ਜਿਹੜੇ ਉਹ 2 ਸਾਲ ਸਨ ਉਹ ਮੇਰੀ ਜ਼ਿੰਦਗੀ ਦੇ ਬਿਹਤਰੀਨ ਸਾਲ ਸਨ। ਔਰ ਉਹ ਇੱਕ ਪਿਓਂਦ ਸੀ ਇਹਦੀ ਸੁੱਚਤਾ ਦੀ ਅਤੇ ਖੂਬਸੂਰਤੀ ਦੀ ਔਰ ਮੁਹੱਬਤ ਦੀ, ਜਿਹੜੀ ਮੈਨੂੰ ਉੱਥੋਂ ਲੱਗੀ। ਅਤੇ ਉਹ ਸਾਰੀ ਜ਼ਿੰਦਗੀ ਉਹਨਾਂ ਦੇ ਮੈਂ ਉਸ ਵੇਲੇ 14 ਸਾਲ ਦੀ ਸਾਂ, 13 ਸਾਲ ਦੀ ਸਾਂ ਜਦੋਂ ਆਈ। ਪਰ ਉਹਦਾ ਇੱਕ ਇੱਕ ਲਫ਼ਜ਼, ਇੱਕ ਇੱਕ ਪੱਤਾ, ਇੱਕ ਇੱਕ ਫੁੱਲ, ਟਾਹਣੀ ਉਹ ਮੇਰੇ ਅੰਦਰ ਲਹਿਲਹਾ ਰਹੀ ਹੈ, ਉਹ ਜਿੰਦੀ ਹੈ। ਔਰ ਉਹ ਸਾਰੀ ਜ਼ਿੰਦਗੀ ਹੁਣ ਤੱਕ
ਉਹ ਮੇਰੇ ਕੰਮ ਆਈ ਅਤੇ ਮੈਂ ਉਹਨਾਂ ਉੱਥੇ ਉੱਥੇ ਨਮਸਕਾਰ ਹੀ ਕਰਨੀ ਆ ਹਰ ਵਾਰੀ। ਕਈ ਤਰ੍ਹਾਂ ਦੀਆਂ ਉਹਨਾਂ ਦੇ ਬਾਰੇ ਗੱਲਾਂ ਵੀ ਪੜ੍ਹੀਆਂ, ਕਈ ਤਰ੍ਹਾਂ ਦਾ ਕੀਤਾ, ਮੇਰੇ ਤੇ ਉੱਤੋਂ ਤਿਲਕ ਕੇ ਹੀ ਲੰਘ ਗਈਆਂ, ਮੈਂ ਕਦੀ ਉਸਨੂੰ ਮੰਨਿਆ ਹੀ ਨਹੀਂ। ਤੁਸੀਂ 47 ਵੇਲੇ ਜਦੋਂ ਵੰਡ ਹੋਈ ਮੁਲਕ ਦੀ, ਲੋਕੀ ਤਾਂ ਮਤਲਬ ਕਿਹਾ ਤੇ ਇਹ ਹੈ, ਦਸਤਾਵੇਜ਼ਾਂ 'ਚ ਤਾਂ ਇਹ ਕਿਹਾ ਜਾਂਦਾ ਕਿ ਮੁਲਕ ਆਜ਼ਾਦ ਹੋਇਆ ਪਰ ਪੰਜਾਬ ਵੰਡਿਆ ਗਿਆ। ਉਦੋਂ ਤੁਸੀਂ ਕਿੱਥੇ ਸੀ? ਮੈਂ ਉਸ ਵੇਲੇ ਅਸੀਂ 45 ਵਿੱਚ ਚਲੇ ਗਏ ਸਾਂ ਆਪਣੇ ਜੱਦੀ ਸ਼ਹਿਰ ਗੁਜਰ ਖਾਨ। ਜੀ। ਗੁਜਰ ਖਾਨ ਮੇਰੇ ਆਪਣੇ ਦਾਦਾ ਦਾਦੀ ਤੇ ਬਹੁਤ ਜਲਦੀ ਗੁਜ਼ਰ ਗਏ ਸਨ, ਅਤੇ ਦਾਦੀ ਜੀ ਸਨ ਜਿਹੜੇ ਉਹਨਾਂ ਦੇ ਮੇਰੇ ਪਾਪਾ ਜੀ ਦੇ ਮਾਸੀ ਜੀ ਸਨ, ਅਤੇ ਵਿਆਹੇ ਹੋਏ ਸਨ ਉਹਨਾਂ ਦੇ ਚਾਚਾ ਜੀ ਨਾਲ, ਅਤੇ ਉਹਨਾਂ ਦੀ ਔਲਾਦ ਨਹੀਂ ਸੀ। ਅਤੇ ਉਸ ਕਰਕੇ ਫਿਰ ਪਾਪਾ ਜੀ ਨੇ ਸਾਡੇ ਘਰ 'ਚੋਂ ਕੋਈ ਨਾ ਕੋਈ ਬੱਚਾ ਉਹਨਾਂ ਕੋਲ ਰਹਿੰਦਾ ਸੀ। ਫਿਰ ਉਹਨਾਂ ਨੇ ਸੋਚਿਆ ਵੀ ਹੁਣ ਅਸੀਂ ਉੱਥੇ ਸ਼ਿਫਟ ਕਰਾਂਗੇ ਅਤੇ ਉਹਨਾਂ ਕੋਲ ਹੀ ਰਵਾਂਗੇ, ਹੁਣ ਉਹ ਬਜ਼ੁਰਗ ਨੇ ਅਤੇ ਉਹਨਾਂ ਨੂੰ ਲੋੜ ਹੈ ਸਾਡੀ। ਇਸ ਕਰਕੇ ਫਿਰ ਅਸੀਂ ਉੱਥੇ ਸ਼ਿਫਟ ਕਰ ਗਏ। ਆਪਾਂ ਸਾਡੇ ਵਾਸਤੇ ਬਹੁਤ ਵੱਡਾ ਇੱਕ ਰੈਵੋਲੂਸ਼ਨ ਸੀ, ਕਿਉਂਕਿ ਸਾਡੀ ਜਿਹੜੀ ਰਹਿਣੀ ਬਹਿਣੀ ਉਹ 14 ਸਾਲ ਇੱਥੇ ਰਹਿਣ ਕਰਕੇ ਪੰਜਾਬ ਵਿੱਚ, ਉਹ ਅਸੀਂ ਸਰਦਾਰਾਂ 'ਚ ਰਹੇ ਸਾਂ। ਸ਼ਾਮ ਸਿੰਘ ਦੀ ਅਟਾਰੀ ਸੀ, ਸਰਦਾਰ ਸ਼ਾਮ ਸਿੰਘ ਦੀ, ਅਤੇ ਉਹਨਾਂ ਦੀ ਰਹਿਣੀ ਬਹਿਣੀ, ਉਹਨਾਂ ਦੇ ਰਿਵਾਜ਼, ਉਹਨਾਂ ਦੇ ਉਹ ਸਾਰੇ ਸਾਡੇ ਰਿਵਾਜ਼ ਬਣੇ ਹੋਏ ਸਨ, ਅਤੇ ਉੱਥੇ ਬਿਲਕੁਲ ਡਿਫਰੈਂਟ ਸੀ। ਪਹਿਲਾਂ ਸਾਨੂੰ ਓਪਰਾ ਵੀ ਲੱਗਦਾ ਸੀ ਕਿ ਇਹ ਲੋਕੀ ਸੰਕੀਰਨ ਨੇ ਖਿਆਲਾਂ ਦੇ, ਉਹਨੇ ਖੁੱਲ੍ਹੇ ਨਹੀਂ ਜਿੰਨੇ ਅਸੀਂ ਖੁੱਲ੍ਹੇ ਦੇਖੇ ਸਨ। ਪਰ ਅਸੀਂ ਹੌਲੀ ਹੌਲੀ ਉਹਨਾਂ 'ਚ ਸਹੇਲੀਆਂ ਸਹੂਲੀਆਂ ਬਣ ਗਈਆਂ, ਐਡਜਸਟ ਹੋ ਗਏ। ਉੱਥੇ ਸਾਡਾ ਬੜਾ ਦਿਲ ਲੱਗਾ ਖੂਬ। ਮੇਰੇ ਇੱਕ ਵਾਰੀ ਪਹਿਲਾਂ ਜਨਵਰੀ 'ਚ 46 ਜਨਵਰੀ 'ਚ ਰੌਲੇ ਪਏ ਸਨ ਬੜੇ। ਉਸ ਵੇਲੇ ਉਹ ਸ਼ੁਰੂ ਹੋ ਚੁੱਕਾ ਸੀ ਸਾਰਾ, ਜਿਸ ਵੇਲੇ ਪਾਕਿਸਤਾਨ ਦੀਆਂ ਗੱਲਾਂ ਹੋਈਆਂ ਨਾ, ਉਸ ਵੇਲੇ ਉੱਥੇ ਸਾਰਾ ਸ਼ੁਰੂ ਹੋ ਚੁੱਕਾ ਸੀ। ਅੱਗੇ ਪਿੱਛੇ ਹਜ਼ਾਰੇ ਵਗੈਰਾ ਉੱਥੋਂ ਬੜੀਆਂ ਨਿਊਜ਼ ਆ ਰਹੀਆਂ ਸਨ ਕਿ ਕਿਸ ਤਰ੍ਹਾਂ ਔਰਤਾਂ ਨੂੰ ਚੀਰ ਕੇ ਮਾਰ ਰਹੇ ਨੇ, ਉਹਨਾਂ ਦੀਆਂ ਲੱਤਾਂ ਖਿੱਚ ਕੇ, ਅਤੇ ਉਹਨਾਂ ਦੇ ਬੱਚੇ ਬਾਹਰ ਕੱਢ ਰਹੇ ਨੇ, ਔਰ ਸਾੜ ਰਹੇ ਨੇ, ਜ਼ਿੰਦਾ ਸਾੜ ਰਹੇ ਨੇ, ਲੁੱਟ ਰਹੇ ਨੇ, ਖਬਰਾਂ ਆ ਰਹੀਆਂ ਸਨ। ਔਰ ਲੋਕ ਉੱਥੋਂ ਹਿੱਲਣੇ ਸ਼ੁਰੂ ਹੋ ਗਏ ਸਨ, ਆਉਣੇ ਸ਼ੁਰੂ ਹੋ ਗਏ ਸਨ 46 'ਚ। ਅਤੇ ਅਸੀਂ ਮੈਂ ਭੈਣਾਂ ਜਵਾਨ ਸੀ, ਮੈਂ ਸਾਂ 16 ਸਾਲ ਦੀ, ਉਸ ਵੇਲੇ ਤਾਂ 15 ਸਾਲ ਦੀ ਸਾਂ, ਅਤੇ ਮੇਰੇ ਤੋਂ ਛੋਟੀ 13 ਸਾਲ ਦੀ ਸੀ, ਉਸ ਤੋਂ ਛੋਟੀ 8 ਸਾਲ ਦੀ ਸੀ। ਅਤੇ ਅਸੀਂ ਵੱਡੀਆਂ ਭੈਣਾਂ ਅਤੇ ਵਿਆਹ ਇੱਕ ਦਾਲੀ ਮੇਰੇ ਤੋਂ ਵੱਡਿਆਂ ਦਾ ਨਹੀਂ ਸੀ ਹੋਇਆ। ਫਿਰ ਉਹ ਅਸੀਂ ਅਟਾਰੀ ਇੱਕ ਵਾਰੀ ਸ਼ਿਫਟ ਕਰ ਗਏ, ਵਿੱਚ 2 ਮਹੀਨੇ ਉੱਥੇ ਲਗਾ ਕੇ ਆਏ, ਅਤੇ ਫਿਰ ਠੰਡਾ ਹੋ ਗਿਆ ਥੋੜ੍ਹਾ ਜਿਹਾ, ਅਤੇ ਫਿਰ ਵਾਪਸ ਆਏ। ਫਿਰ ਆ ਕੇ ਵੱਡੇ ਬ੍ਰਦਰ ਦਾ ਔਰ ਮੇਰੇ ਤੋਂ ਵੱਡੀ ਸਿਸਟਰ ਦਾ 18 ਸਾਲ ਦੀ ਉਮਰ 'ਚ ਉਹਨਾਂ ਦੀ ਮੈਰਿਜ ਕਰ ਦਿੱਤੀ। ਬਹੁਤ ਰੌਲਾ ਸੀ, ਮੇਰਾ ਵੀ ਕਰਨੇ ਚਾਹ ਰਹੇ ਸਨ, ਪਰ ਮੇਰੇ ਭੈਣ ਜੀ ਅੜ ਗਏ, ਕਹਿੰਦੇ ਨੇ ਛੋਟੀ ਹੈ ਅਤੇ ਬਿਲਕੁਲ ਅਲੜ ਹੈ, ਅਤੇ ਇਸ ਦਾ ਵਿਆਹ ਨਹੀਂ ਕਰਨਾ। ਅਤੇ ਇਸ ਕਰਕੇ ਮੈਂ ਬਚ ਗਈ ਉਸ ਵੇਲੇ, ਔਰ ਬਾਅਦ ਵਿੱਚ ਫਸ ਗਈ, ਫਸਣਾ ਹੀ ਸੀ। ਨਹੀਂ, ਇਹ ਜਦੋਂ ਮਤਲਬ ਤੁਹਾਨੂੰ ਉਹ ਛੱਡ ਕੇ ਆਉਣਾ ਪਿਆ? ਉਹ ਛੱਡ ਕੇ ਅਸੀਂ ਫਿਰ 47 'ਚ ਆਏ। ਉਸਦੇ ਵਿਆਹ ਕੀਤੇ ਉਹਨੇ। ਉਸ ਤੋਂ ਬਾਅਦ ਫਿਰ ਰੋਜ਼ ਸ਼ੁਰੂ ਹੋ ਗਏ ਨਾ ਇਹ ਰੌਲੇ ਬਹੁਤ। ਰੋਜ਼ ਅਸੀਂ ਕੋਠੇ 'ਤੇ ਚੜ੍ਹ ਕੇ ਉਹ ਫਲਾਣੀ ਜਗ੍ਹਾ ਅੱਗ ਲੱਗੀ ਹੈ, ਅੱਜ ਬੜਕੀ ਲੱਗੀ ਹੈ, ਅੱਜ ਮੰਦਰੇ ਲੱਗੀ ਹੈ, ਅੱਜ ਉੱਥੇ ਧੂਏ ਦਿਸਦੇ ਸਨ, ਅਤੇ ਲੋਕ ਦੌੜ ਕੇ ਆਪਣੇ ਸਮਾਨ ਕੋਈ ਸੁੱਟ ਕੇ, ਕੋਈ ਰੱਖ ਕੇ, ਇਸ ਤਰ੍ਹਾਂ ਗੁਜਰ ਖਾਨ ਆ ਰਹੇ ਸਨ। ਗੁਜਰ ਖਾਨ ਤਹਿਸੀਲ ਸੀ, ਅਤੇ ਉੱਥੇ ਆਉਂਦੇ ਸਨ, ਉੱਥੇ ਗੁਰਦੁਆਰੇ ਵਗੈਰਾ ਸਨ, ਲੋਕ ਬੜੀ ਸੇਵਾ ਕਰਦੇ ਸਨ। ਅਤੇ ਉਹ ਬੜਾ ਭਿਆਨਕ ਉਹ ਵੀ ਸੀ ਕਿ ਸਾਰੇ ਘਰ ਤੰਦੂਰ ਤਪਦੇ ਸਨ। ਸਾਡੇ ਘਰ ਵੀ ਸਾਰਾ ਦਿਨ ਤੰਦੂਰ ਤਪਦਾ ਸੀ, ਅਤੇ ਰੋਟੀਆਂ ਪੱਕਦੀਆਂ ਸਨ, ਟੋਕਰੇ ਭਰ ਕੇ ਗੁਰਦੁਆਰੇ 'ਚ ਪਹੁੰਚਾਈ ਦੇ ਸਨ, ਦਾਲਾਂ ਬਣਾ ਕੇ ਉਹ ਪਹੁੰਚਾਈ ਦੀਆਂ ਸਨ। ਅਤੇ ਇਹ ਸਭ ਮੈਂ ਆਪਣੀਆਂ ਅੱਖਾਂ ਨਾਲ ਵੇਖਿਆ। ਅਤੇ ਤੁਸੀਂ ਪਾਕਿਸਤਾਨ ਤੋਂ ਫਿਰ ਗੁਜਰ ਖਾਨ ਤੋਂ ਤੁਹਾਡਾ ਪਰਿਵਾਰ ਕਿਹੜੇ ਪਾਸੇ ਨੂੰ ਕੂਚ ਕੀਤਾ? ਅਸੀਂ ਪਹਿਲਾਂ ਤਾਂ ਸਾਨੂੰ ਸਮਝ ਨਹੀਂ ਸੀ ਆਉਂਦੀ। ਕੋਈ ਕਹਿੰਦਾ ਸੀ ਕੁਛ ਨਹੀਂ ਹੋਣਾ, ਕੁਛ ਨਹੀਂ, ਇਹ ਤਾਂ ਰੌਲੇ ਪੈਂਦੇ ਆਏ ਨੇ, ਠੀਕ ਹੋ ਜਾਏਗਾ, ਸਭ ਠੀਕ ਹੋ ਜਾਏਗਾ, ਆਪਣੇ ਘਰਾਂ 'ਚ ਸਾਰੇ ਰਹਿਣਗੇ, ਘਰ ਛੱਡਣ ਦੀ ਕੋਈ ਲੋੜ ਨਹੀਂ। ਮੀਟਿੰਗਸ ਹੁੰਦੀਆਂ ਸਨ, ਪਰ ਫਿਰ ਵਿੱਚੋਂ ਲੋਕ ਹਿੱਲਣੇ ਸ਼ੁਰੂ ਹੋ ਗਏ,
ਡਰ ਦੇ ਮਾਰੇ ਕਿ ਜਿਸ ਵੇਲੇ ਸੁਣਦੇ ਸਨ ਨਾ ਵੀ ਇਹ ਸਭ ਹੋ ਰਿਹਾ ਤੇ ਫਿਰ ਉਹ ਹਿੱਲਣ ਲੱਗ ਪਏ, ਫਿਰ ਸਾਰੇ ਘਬਰਾ ਗਏ। ਅਸੀਂ ਜਵਾਨ ਕੁੜੀਆਂ ਸਾਂ, ਨੈਚੁਰਲੀ ਸਾਡੇ ਮੇਰੇ ਫਾਦਰ ਵੀ ਰਾਂਚੀ ਆਏ ਹੋਏ ਸਨ। ਮੇਰੇ ਬ੍ਰਦਰ ਦੀ ਦੁਕਾਨ ਉਹਨਾਂ ਨੇ ਖੋਲ੍ਹੀ ਸੀ ਨਵੀਂ ਫੋਟੋਗ੍ਰਾਫੀ ਦੀ, ਇੱਥੇ ਸੀ ਉਹਨਾਂ ਦੀ ਦੁਕਾਨ। ਸਾਡੇ ਨਾਲ ਕਿਹੜਾ ਪਹਾੜ ਹੈ, ਕਸੌਲੀ ਦੁਕਾਨ ਖੋਲ੍ਹੀ ਸੀ ਉੱਥੇ। ਫਿਰ ਕੀ ਅੰਗਰੇਜ਼ ਗਾਹਕ ਸਨ ਬਹੁਤੇ, ਉਹਨਾਂ ਨੇ ਕਿਹਾ ਹੁਣ 47 ਸ਼ਿਫਟ ਹੋ ਜਾਣਗੇ ਅੰਗਰੇਜ਼ ਤੇ ਇੱਥੋਂ ਚਲੇ ਜਾਣਗੇ ਅਤੇ ਤੁਹਾਡਾ ਕੰਮ ਘੱਟ ਜਾਏਗਾ। ਤੁਸੀਂ ਈਸਟਰਨ ਕਮਾਂਡ ਜਾ ਰਹੀ ਹੈ ਉੱਥੇ ਰਾਂਚੀ, ਅਤੇ ਰਾਂਚੀ ਬਹੁਤ ਖੂਬਸੂਰਤ ਜਗ੍ਹਾ, ਸੈਮੀ ਹਿਲ ਸਟੇਸ਼ਨ ਹੈ, ਉੱਥੇ ਚਲੇ ਜਾਓ, ਉੱਥੇ ਤੁਹਾਡਾ ਕੰਮ ਖੂਬ ਚਲੇਗਾ। ਫਿਰ ਵੀਰ ਜੀ ਨੇ ਜਾ ਕੇ ਵੇਖਿਆ, ਦੁਕਾਨਾਂ ਪਸੰਦ ਕੀਤੀਆਂ ਅਤੇ ਪਾਪਾ ਜੀ ਨੂੰ ਬੁਲਾਇਆ, ਦੇਖੋ ਉੱਥੇ ਫਿਰ ਉਹਨਾਂ ਨੇ ਸ਼ੁਰੂ ਕਰ ਦਿੱਤੀ। ਅਤੇ ਉਹ ਸ਼ੁਰੂ ਕੀਤੀ ਸੀ, ਪਰ ਆਉਣ ਜਾਣ ਦਾ ਕੋਈ ਸਾਧਨ ਉਸ ਵੇਲੇ ਨਹੀਂ ਸੀ। ਉਹਨਾਂ ਦਾ ਵਿਆਹ ਹੋਇਆ ਤਾਂ ਵੀ ਬਾਇਰ ਵੀਰ ਜੀ ਗਏ, ਉਸ ਵੇਲੇ ਤਾਂ ਜਹਾਜ਼ 'ਤੇ ਕੋਈ ਆਉਂਦਾ ਜਾਂਦਾ ਹੀ ਨਹੀਂ ਸੀ। ਅਤੇ ਮੇਰੀ ਦਾਦੀ ਘੋੜੀਆਂ ਗਾਉਂਦੀ ਸੀ, ਬੰਨਾ ਜਹਾਜ਼ਾਂ ਉੱਤੇ ਆਇਆ, ਮੈਂ ਮਾਂ ਵੇ ਬੈਰਾਗੀ, ਇਸ ਤਰ੍ਹਾਂ ਘੋੜੀਆਂ ਗਾਉਂਦੇ ਸਨ। ਫਿਰ ਉਹਨਾਂ ਦੀ ਮੈਰਿਜ ਹੋਈ, ਫਿਰ ਭੈਣ ਜੀ ਦੀ ਮੈਰਿਜ ਹੋਈ, ਅਤੇ ਫਿਰ ਉਸ ਵੇਲੇ ਤੱਕ ਤਾਂ ਇੰਝ ਹੀ ਹੁੰਦਾ ਸੀ, ਪਤਾ ਹੀ ਨਹੀਂ ਸੀ ਹੁੰਦਾ। ਜਿਸ ਤਰ੍ਹਾਂ ਖਾਣ ਵਾਸਤੇ ਬੈਠੇ ਹਾਂ, ਡਮ 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 ਆਵਾਜ਼ ਆ ਗਏ ਜੈ ਯਾ ਅਲੀ ਆਵਾਜ਼ਾਂ ਆਉਂਦੀਆਂ ਸਨ, ਅਤੇ ਸਾਰੇ ਬਸ ਸਿਮਟ ਜਾਂਦੇ ਸਨ, ਹੁਣ ਕੀ ਕਰੀਏ। ਫਿਰ ਸਭ ਨੇ ਸੋਚ ਕੇ, ਅਤੇ ਸਾਡੇ ਕੋਠੇ ਦੇ ਉੱਤੇ, ਸਾਡਾ ਵਿਚਕਾਰ ਸੀ, ਬਿਲਕੁਲ ਗਲੀ ਦੇ ਵਿਚਕਾਰ ਵਾਲਾ ਘਰ ਸੀ, ਅਤੇ ਉਹ ਕੋਠੇ ਦੇ ਉੱਤੇ ਮੋਰਚਾ ਲਗਾ ਲਿਆ। 3-4 ਜਗ੍ਹਾ ਹੋਰ ਕੋਨਿਆਂ ਵੱਲ ਵੀ, ਉੱਧਰ ਸਭ ਮੋਰਚੇ ਲਗਾ ਲਏ। ਉੱਥੇ 10-12 ਬੰਦੇ ਹੁੰਦੇ ਸਨ ਕੁੱਲ, ਪਰ ਜਿਸ ਵੇਲੇ ਬੋਲੇ ਸੋ ਨਿਹਾਲ ਦੀ ਆਵਾਜ਼ ਹੁੰਦੀ ਸੀ ਨਾ ਸਾਰਿਆਂ ਦੀ ਸਮਿਲਿਤ, ਅਤੇ ਉਹ ਇੰਨੀ ਭਰਵੀਂ ਹੁੰਦੀ ਸੀ ਕਿ ਉਹਨਾਂ ਨੂੰ ਲੱਗਦਾ ਸੀ ਪਤਾ ਨਹੀਂ ਕਿੰਨੇ 100 ਬੰਦੇ ਇੱਥੇ ਇਕੱਠੇ ਨੇ। ਅਤੇ ਉਸ ਕਰਕੇ ਕਿਸੇ ਦੀ ਹਿੰਮਤ ਉਸ ਤਰ੍ਹਾਂ ਹੱਲਾ ਕਰਨ ਦੀ ਨਹੀਂ ਪਈ। ਪਰ ਜਿਹੜਾ ਲਾਸਟ ਸੀ ਹੱਲਾ, ਉਹ ਇੰਨਾ ਜ਼ਬਰਦਸਤ ਸੀ। ਉਸ ਤੋਂ ਪਹਿਲਾਂ ਇੰਝ ਹੁੰਦਾ ਸੀ ਕਿ ਜਿਸ ਵੇਲੇ ਇਹ ਸਭ ਆਉਂਦੇ ਸਨ ਨਾ, ਰੌਲਾ ਪੈਂਦਾ ਸੀ, ਅਤੇ ਕਿੰਨੇ ਸਾਰੇ ਕੱਪੜੇ ਰੱਖੇ ਹੋਏ ਸਨ, ਸਰਦੀਆਂ ਦੇ ਦਿਨ ਸਨ, ਅਤੇ ਉਹ ਪਾ ਕੇ ਇੱਕ ਦੇ ਉੱਤੇ ਦੂਜਾ, ਦੂਜੇ ਦੇ ਤੀਜਾ, ਸਲਵਾਰਾਂ ਦੇ ਉੱਤੇ 2-2 3-3 ਸਲਵਾਰਾਂ, ਉੱਤੇ ਕਮੀਜ਼ਾਂ 3-3 4-4, ਉੱਤੇ ਸਵੈਟਰਾਂ ਉੱਤੇ ਕਰਕੇ, ਕਿ ਮੇਰੀ ਮਾਂ ਕਹਿੰਦੀ ਸੀ ਪਤਾ ਨਹੀਂ ਸੀ ਕਿੱਥੇ ਜਾਣਾ, ਪਤਾ ਨਹੀਂ ਤੁਸੀਂ ਕਿੱਥੇ ਜਾਣਾ, ਅਤੇ ਤੁਸੀਂ ਕੱਪੜੇ ਤੁਹਾਡੇ ਕੋਲ ਹੋਣਗੇ, ਤੁਸੀਂ ਕੱਪੜੇ ਬਦਲ ਸਕੋਗੇ। ਫਿਰ ਉਹਨਾਂ ਨੇ ਗਹਿਣਿਆਂ ਦੀਆਂ ਪੋਟਲੀਆਂ ਸੀਤੀਆਂ ਛੋਟੀਆਂ ਛੋਟੀਆਂ, ਅਤੇ ਉਹਨਾਂ ਵਿੱਚ ਗਹਿਣੇ ਸਾਰੇ, ਕਿਸੇ ਨੂੰ ਚੂੜੀਆਂ, ਕਿਸੇ 'ਚ ਰਿੰਗਸ, ਕਿਸੇ ਨੂੰ ਕੰਨਾਂ ਵਾਲੇ, ਕਿਸੇ ਨੂੰ ਅਸਾਂ ਕਰਕੇ ਨਾ, ਅਤੇ ਉਹਨਾਂ ਨੇ ਬਹੁਤ ਸਾਰੀਆਂ ਪੋਟਲੀਆਂ, ਸਭ ਨੂੰ ਇੱਕ ਇੱਕ ਪੋਟਲੀ ਦਿੱਤੀ ਕਿ ਆਪਣੇ ਨਾੜਿਆਂ ਨਾਲ ਪੋਟਲੀਆਂ ਬੰਨ੍ਹ ਲਓ, ਅਤੇ ਜਿੱਥੇ ਵੀ ਤੁਸੀਂ ਜਾਓਗੇ ਅਤੇ ਘੱਟੋ ਘੱਟ ਤੁਹਾਡੇ ਕੋਈ ਤਰਸ ਕਰਕੇ ਅਤੇ ਗਹਿਣੇ ਲੈ ਕੇ ਅਤੇ ਤੁਹਾਨੂੰ ਰੱਖ ਲਏਗਾ। ਅਤੇ ਉਹ ਅਸੀਂ ਫਿਰ ਜਿਸ ਵੇਲੇ ਢੋਲ ਵੱਜਦਾ ਸੀ ਨਾ, ਅਤੇ ਉਹ ਦਬੋ ਦਬ ਅਸੀਂ ਆਪਣੇ ਤਿਆਰੀਆਂ ਕੱਸਦੇ ਸਾਂ, ਬੂਟ ਪਾ ਕੇ ਅਤੇ ਉਹ ਕਰਕੇ। ਅਤੇ ਇੱਕ ਰਾਤ ਤਾਂ ਇਸ ਤਰ੍ਹਾਂ ਹੋਇਆ ਕਿ ਬੜਾ ਭਿਆਨਕ ਰਾਤ ਸੀ ਉਹ ਵੀ, ਅਤੇ ਆ ਗਏ ਢੋਲ ਵਜਾਉਂਦੇ, ਅਤੇ ਰੌਲਾ ਰੂਲਾ ਪਾ ਕੇ ਇੱਧਰੋਂ ਇਹਨਾਂ ਜੈਕਾਰੇ ਛੱਡੇ, ਉਹ ਕਰਕੇ ਅੱਧਾ ਪੌਣਾ ਘੰਟਾ ਰੌਲਾ ਪਾ ਕੇ ਉਹ ਚਲੇ ਗਏ। ਅਤੇ ਫਿਰ ਰਾਤੀ ਸੌਵੇਂ ਕੌਣ, ਸੌ ਨਹੀਂ ਸੀ ਸਕਦੇ। ਫਿਰ ਮੇਰੇ ਬੇਜੀ ਨੇ ਉਠਾਇਆ ਸਭ ਨੂੰ, ਅਤੇ ਇੱਕ ਕੋਠੜੀ ਸੀ, ਵੱਡਾ ਸਾਰਾ ਸੋਫਾ ਸੀ, ਵੱਡਾ ਸਾਰਾ ਕਮਰਾ ਸੀ, ਦੋਵੇਂ ਪਾਸੇ 2 ਕੋਠੜੀਆਂ ਸਨ, ਅਤੇ ਉੱਥੇ ਇੱਕ ਡਰਮ ਪਿਆ ਹੋਇਆ ਸੀ, ਮਕਈ ਪਈ ਹੋਈ ਸੀ ਸੁੱਕੀ ਵਿੱਚ, ਅਤੇ ਉਹ ਡਰਮ ਹਟਾਇਆ ਗਿਆ। ਮੇਰੇ ਛੋਟੇ ਭਰਾ ਨੇ, ਬੇਜੂਰਾ ਨੇ, ਦਾਦੀ ਜੀ ਸਭ ਮਿਲ ਕੇ ਹਟਾਇਆ। ਉੱਥੇ ਫਿਰ ਉਹਨਾਂ ਨੇ ਇੱਟਾਂ ਪੁੱਟ ਕੇ ਅਤੇ ਉਹ ਸਾਰਾ ਗਹਿਣਾ ਦੱਬਿਆ। ਅਤੇ ਪਹਿਲਾਂ ਤਾਂ ਉਹ ਕੀਤਾ ਸੀ ਕਿ ਜਿਸ ਵੇਲੇ ਕੋਈ ਜਿਹੜਾ ਵੀ ਬਚ ਗਿਆ ਉਹ ਆ ਕੇ ਇੱਥੋਂ ਗਹਿਣੇ ਕੱਢ ਲੈਣਾ, ਪਰ ਉਹ ਦੱਬ ਤੇ ਦਿੱਤੇ। ਉਸ ਤੋਂ ਬਾਅਦ ਫਿਰ ਥੋੜ੍ਹਾ ਜਿਹਾ ਕਦੀ ਆਉਂਦੇ ਸਨ, ਕਦੀ ਨਹੀਂ ਆਉਂਦੇ ਸਨ, ਕੁਛ ਪਤਾ ਨਹੀਂ, ਸਮਝ ਨਹੀਂ ਸੀ ਲੱਗਦੀ। ਫਿਰ ਉਹਨਾਂ ਨੇ ਜਿਸ ਵੇਲੇ ਉਜਾੜਾ ਪੈ ਗਿਆ ਨਾ, ਲੋਕ ਬਹੁਤ ਉਜੜ ਕੇ ਆਉਣ ਲੱਗ ਪਏ, ਫਿਰ ਉਹਨਾਂ ਨੇ ਪੋਟਲੀਆਂ ਬਣਾ ਕੇ ਅਤੇ ਸਾਨੂੰ ਸਭ ਦੇ ਦਿੱਤਾ ਕਿ ਤੁਸੀਂ ਆਪਣੇ ਕੋਲ ਹੀ ਰੱਖੋ, ਕਿ ਇੱਥੇ ਕੌਣ ਆਏਗਾ ਅਤੇ ਕੌਣ ਲਏਗਾ ਕਿ ਨਹੀਂ ਲਏਗਾ, ਮਾਰ ਮੂਰ ਛੱਡਣਗੇ।
ਅੱਛਾ, ਇਹ ਤੁਹਾਡਾ ਪਰਿਵਾਰ ਨਿਕਲਿਆ ਕਦੋਂ ਉੱਥੋਂ ਗੁੱਜਰ ਖਾਨ ਤੋਂ? ਅਗਸਤ ਵਿੱਚ, ਅਸੀਂ ਅਗਸਤ ਵਿੱਚ ਨਿਕਲੇ ਹਾਂ ਉੱਥੋਂ। ਉਸ ਵੇਲੇ ਭਾਰੇ ਕੱਪੜੇ ਨਾਲੇ ਅਸੀਂ ਜਿਸ ਵੇਲੇ ਨਿਕਲੇ ਹਾਂ ਉਸ ਵੇਲੇ ਇਹ ਜਿਹੜਾ ਲਾਸਟ ਖਤਮ ਤਾਂ ਹੋਇਆ ਸੀ ਉੱਥੇ, ਬਾਕੀ ਸਭ ਉਜੜ ਰਹੇ ਸਨ। ਅਤੇ ਸਾਡੇ ਜਿਸ ਵੇਲੇ ਲਾਸਟ ਜਿਹੜਾ ਵੱਡਾ ਹੱਲਾ ਹੋਇਆ ਉਹਦੇ 'ਚ ਉੱਥੇ ਦਾ ਇੱਕ ਥਾਣੇਦਾਰ ਸੀ ਗੁੱਜਰ ਖਾਨ ਦਾ, ਉਹ ਸੈਯਦ ਸੀ, ਅਤੇ ਉਹ ਘੋੜੇ 'ਤੇ ਆ ਕੇ ਉਹਨਾਂ ਦੇ ਮੌਬ ਦੇ ਅੱਗੇ ਖੜ੍ਹਾ ਹੋ ਗਿਆ ਅਤੇ ਉਹਨੇ ਕਿਹਾ ਕਿ ਜੇ ਇੱਕ ਵੀ ਖੱਤਰੀ ਨੂੰ ਤੁਸਾਂ ਨੁਕਸਾਨ ਪਹੁੰਚਾਇਆ ਅਤੇ ਮੈਂ ਸੈਯਦ ਹਾਂ, ਮੈਂ ਸਾਰੀਆਂ ਗੋਲੀਆਂ ਪਿਸਟਲ ਦੀਆਂ ਆਪਣੀ ਛਾਤੀ 'ਚ ਉਤਾਰ ਲਵਾਂਗਾ। ਕਿਸੇ ਖੱਤਰੀ ਨੂੰ ਕੋਈ ਨੁਕਸਾਨ ਨਹੀਂ ਹੋਣਾ ਚਾਹੀਦਾ, ਵਾਪਸ ਜਾਓ। ਉਹ ਸਾਰੇ ਵਾਪਸ ਚਲੇ ਗਏ। ਉਹ ਬੜਾ ਜ਼ਬਰਦਸਤ ਹਮਲਾ ਸੀ, ਬੜੇ ਲੋਕ ਸਨ, ਔਰ ਸਾਡੇ ਸਾਰੇ ਇੱਕ ਬੰਦੂਕ ਸੀ ਸਾਡੇ ਘਰ ਕੇ, ਰਾਈਫਲ ਸੀ ਪਾਪਾ ਜੀ ਦੀ, ਅਤੇ ਉਹ ਵੀ ਚਲਾਉਣੀ ਨਹੀਂ ਸੀ ਆਉਂਦੀ ਕਿਸੇ ਨੂੰ। ਉਹ ਇੱਕ ਮੇਰੇ ਜੀਜਾ ਜੀ ਸਨ, ਉਹਨਾਂ ਨੂੰ ਦਿੱਤੀ, ਅਤੇ ਉਹਨਾਂ ਨੂੰ ਪਿੱਛੋਂ ਵੀ ਪਹਿਰਾ ਦਿੰਦੇ ਸਨ, ਅਤੇ ਉਹ ਰੱਖ ਕੇ ਅਤੇ ਆਪ ਸੁੱਤੇ ਹੁੰਦੇ ਸਨ, ਅਤੇ ਰਾਈਫਲ ਪੇ ਤੇ ਉਹਨਾਂ ਦੇ ਅਸੀਂ ਲੋਕ ਮਜ਼ਾਕ ਬਣਾਉਂਦੇ ਸੀ ਵੀ ਕੀ ਕਰਦੇ ਨੇ। ਪਰ ਅਸੀਂ ਉਹ ਰਾਤ ਵੇਖੀ ਹੈ ਨਾ ਕਿ ਜਵਾਨ ਕੁੜੀਆਂ ਸਾਂ, ਅਸੀਂ ਘਰ ਅਖੰਡ ਪਾਠ ਰੱਖਿਆ ਹੋਇਆ ਸੀ, ਮੇਰੇ ਦਾਦਾ ਜੀ ਦਾ ਵਰੀਨਾ ਸੀ, ਅਤੇ ਭਾਈ ਜੀ ਨੇ ਹੀ ਆ ਕੇ ਦੱਸਿਆ ਜਿਸ ਵੇਲੇ ਵਾਰੀ ਦੇਣ ਆਏ, ਅਤੇ ਉਹ ਕਹਿਣਗੇ ਕਿ ਅੱਜ ਕੁਛ ਹੋਣਾ, ਕਿ ਸਾਰੀਆਂ ਸੜਕਾਂ ਗਲੀਆਂ ਪੂਰੀਆਂ ਖਾਲੀ ਨੇ, ਸਿਰਫ ਮੁਸਲਮਾਨ ਗੰਡਾਸੇ ਲੈ ਕੇ ਫਿਰਦੇ ਪਏ ਨੇ, ਅਤੇ ਅੱਜ ਜ਼ਰੂਰ ਕੁਛ ਹੋਣਾ। ਉਹ ਬਸ ਰਾਤੀ ਫਿਰ ਸ਼ੁਰੂ ਹੋ ਗਿਆ, ਹੁਣ ਕੰਮ ਕੇ ਬੇਜੀ ਮੇਰੇ ਦਾਦੀ ਜੀ ਕੰਬੀ ਜਾਣ, ਸ਼ਬਦ ਪੜ੍ਹੋ, ਤਾਤੀ ਵਾਵਨਾ ਲਾ ਗਈ, ਪਾਠ ਬ੍ਰਹਮ, ਅਸੀਂ ਸਾਰੇ ਪਾਠ ਕਰੀਏ, ਨਾਲ ਕੰਬੀ ਜਾਈਏ, ਨਾਲ ਰੋਈ ਜਾਈਏ ਕਿ ਹੁਣ ਅਸਾਂ ਮਰ ਜਾਣਾ। ਅਤੇ ਸੋ ਉਹ ਰਾਤ ਬੜੀ ਭਿਆਨਕ ਸੀ। ਤੁਹਾਨੂੰ ਇਹ ਖਬਰਾਂ ਮਿਲ ਰਹੀਆਂ ਸੀ ਕਿ ਇੱਧਰਲੇ ਪੰਜਾਬ ਵਿੱਚ, ਚੜ੍ਹਦੇ ਪੰਜਾਬ ਵਿੱਚ ਮੁਸਲਮਾਨਾਂ ਨਾਲ ਇਹੋ ਜਿਹਾ ਕੁਝ ਹੋ ਰਿਹਾ ਸੀ? ਕੁਛ ਵੀ ਨਹੀਂ। ਉਸ ਵਕਤ ਸਾਡੇ ਕੋਲ ਕੋਈ ਖਬਰ ਨਹੀਂ ਸੀ ਕਿ ਇਹ ਰਾਂਚੀ ਜਾਣ ਤੋਂ ਬਾਅਦ ਇਹ ਪਤਾ ਲੱਗਾ ਕਿ ਮੇਰੇ ਜੀਜਾ ਜੀ ਆਰਮੀ ਵਿੱਚ ਸਨ। ਉਹਨਾਂ ਨੇ ਫਿਰ ਉਹ ਚਿੱਠੀ ਲਿਖਦੇ ਸਨ ਭੈਣ ਜੀ ਨੂੰ, ਉਹਨਾਂ ਲਿਖਿਆ ਕਿ ਕਿਸ ਤਰ੍ਹਾਂ ਇੱਥੇ ਸਿੱਖਾਂ ਨੇ ਜੋ ਹਾਲ ਕੀਤਾ ਔਰਤਾਂ ਦਾ, ਨੰਗੀਆਂ ਕਰਕੇ ਉਹਨਾਂ ਨੂੰ ਨਚਾਉਂਦੇ ਪਏ ਨੇ, ਉਹਨਾਂ ਨੂੰ ਅੱਗਾਂ ਵਿੱਚ ਸਾੜਦੇ ਨੇ, ਔਰ ਬੜੀ ਤਬਾਹੀ ਮਚਾਈ ਹੈ ਇੱਥੇ। ਉਹਨਾਂ ਦੀ ਚਿੱਠੀ ਪੜ੍ਹ ਕੇ ਤੇ ਅਸੀਂ ਹੈਰਾਨ ਹੋ ਗਏ ਬਈ ਇੱਥੇ ਵੀ ਇਸ ਤਰ੍ਹਾਂ ਹੋ ਰਿਹਾ। ਪਰ ਇਸ ਤੋਂ ਪਹਿਲਾਂ ਇਹਨਾਂ ਨੇ, ਮੁਸਲਮਾਨਾਂ ਨੇ ਉੱਥੋਂ ਸਿੱਖਾਂ ਹਿੰਦੂਆਂ ਦੀਆਂ ਲਾਸ਼ਾਂ ਕੱਟ ਕੇ ਨਾ ਗੱਡੀ ਭੇਜੀ ਸੀ। ਸਾਡੇ ਆਉਣ ਤੋਂ ਬਾਅਦ ਅਸੀਂ ਆ ਚੁੱਕੇ ਸਾਂ। ਤੁਸੀਂ ਗੁੱਜਰ ਖਾਨ ਤੋਂ ਰਾਂਚੀ ਆਏ? ਅਸੀਂ ਗੁੱਜਰ ਖਾਨ ਤੋਂ ਰਾਂਚੀ ਆਏ। ਕਿੰਨੇ ਦਿਨਾਂ 'ਚ ਪਹੁੰਚੇ? 4 ਦਿਨਾਂ ਦਾ ਸਫ਼ਰ ਸੀ, ਅਤੇ 2 ਦਿਨ ਦਿੱਲੀ ਤੱਕ ਲੱਗ ਗਏ ਗੁੱਜਰ ਖਾਨ ਤੋਂ ਆਉਂਦਿਆਂ। ਫਰੰਟੀਅਰ ਮੇਲ 'ਤੇ ਆਏ ਸਾਂ ਲਾਹੌਰ ਤੱਕ। ਲਾਹੌਰ ਤੋਂ ਫਿਰ ਅੱਗੋਂ ਟ੍ਰੇਨ ਲਈ ਦਿੱਲੀ ਤੱਕ, ਪਤਾ ਨਹੀਂ ਕਿਹੜੀ ਸੀ। ਫਿਰ ਉੱਥੋਂ ਫਿਰ ਅਸੀਂ ਅੱਗੋਂ ਹੋਰ ਟ੍ਰੇਨ ਲਈ ਰਾਂਚੀ ਜਾਣ ਵਾਸਤੇ, 3 ਟ੍ਰੇਨਾਂ ਬਦਲੀਆਂ। ਅਤੇ ਰਾਂਚੀ 'ਚ ਟਿਕਾ ਰਿਹਾ? ਰਾਂਚੀ ਫਿਰ ਬੜੀ ਪੀਸਫੁਲ ਸੀ। ਰਾਂਚੀ 'ਤੇ ਕੁਛ ਵੀ ਨਹੀਂ ਸੀ। ਜਦੋਂ 14 ਅਗਸਤ ਦੀ ਰਾਤ ਸੀ, ਅਤੇ ਅਸੀਂ ਸਾਡੇ ਕੋਲ ਕੋਈ ਸਮਾਨ, ਕੋਈ ਬਿਸਤਰ ਤੇ ਹੈ ਸਨ, ਥੱਲੇ ਵਿਛਾਏ ਹੋਏ ਸਨ, ਮੰਜੀਆਂ ਨਹੀਂ ਸਨ, ਅਤੇ ਰਾਤੀ ਗੱਲਾਂ ਸਾਰੇ ਕਰ ਰਹੇ ਸਾਂ, ਇਹ ਹੋਇਆ ਫਲਾਣੇ ਦਾ, ਇੰਝ ਹੋਇਆ ਫਲਾਣੇ, ਇੰਝ ਹੋਇਆ, ਗੱਲਾਂ ਹੋ ਰਹੀਆਂ ਸਨ। ਸੁੱਤੇ ਲੇਟ, ਅਤੇ ਉਹ ਜਿਸ ਵੇਲੇ ਅੱਧੀ ਰਾਤ ਹੋਈ ਨਾ 12 ਵਜੇ ਤੋਂ ਬਾਅਦ, ਅਤੇ ਉਹਨਾਂ ਨੇ ਗੋਲੇ ਛੱਡੇ ਅਤੇ ਬੰਬ ਛੱਡੇ। ਓਏ ਹੋਏ ਇੱਕਦਮ ਮੈਂ ਤਾਂ ਬੜਵਾਈ ਮਾਂ ਨਾਲ ਚੰਬੜ ਗਈ, ਬੇਜੀ ਆ ਗਏ। ਅਤੇ ਉਹ ਮੈਨੂੰ ਕਹਿੰਦੇ ਨੇ ਕਿ ਬੇਟਾ ਉਹ ਨਹੀਂ ਆਏ, ਆਜ਼ਾਦੀ ਆਈ ਹੈ। ਸਾਡੀ ਆਜ਼ਾਦੀ ਇਸ ਤਰ੍ਹਾਂ ਆਈ ਸੀ। ਬਹੁਤ ਖਤਰਨਾਕ ਆਜ਼ਾਦੀ ਸੀ ਇਹ। ਤੇ ਇੱਦਾਂ ਤੁਸੀਂ ਘਰਾਂ ਤੋਂ ਬੇਘਰ ਹੋਣਾ, ਅਤੇ ਮਾਫੀ ਚਾਹੁੰਦੀ ਹਾਂ ਕਿ ਤੁਹਾਡੇ ਉਹ ਅਸੀਂ ਜ਼ਖਮ ਦੁਬਾਰਾ ਕਰੇਦ ਰਹੇ ਹਾਂ ਉਸ ਉਜਾੜੇ ਦੇ। ਪਰ ਇਹ ਜਾਣਨਾ ਚਾਹੁੰਦੇ ਹਾਂ ਕਿ ਜਦੋਂ ਤੁਸੀਂ ਗੁੱਜਰ ਖਾਨ ਤੋਂ ਤੁਰੇ ਸੀ, ਕੀ ਲੱਗਦਾ ਸੀ ਇਹ ਭਰੋਸੇ ਗਏ ਸੀ ਦਰਵਾਜ਼ੇ ਜਿੰਦੇ ਕੁੰਡੇ ਲਾ ਕੇ ਕਿ ਇੱਥੇ ਵਾਪਸ ਆਉਣਾ? ਹਾਂ,
ਇਹ ਸੋਚ ਕੇ ਆਏ ਸੀ, ਕਿਉਂਕਿ ਅਸੀਂ ਸਮਾਨ ਜਿਹੜਾ ਕੀਮਤੀ ਸੀ ਨਾ, ਨਵੇਂ ਬਰਤਨ, ਨਵੇਂ ਬਿਸਤਰੇ ਸਾਰੇ ਉਹ ਭਰ ਕੇ ਬਕਸਿਆਂ ਵਿੱਚ ਉੱਥੇ ਛੱਡ ਕੇ ਆਏ ਸੀ। ਉੱਤੇ ਬੋਰੀਆਂ ਟਾਟ ਚੜ੍ਹਾ ਕੇ ਅਤੇ ਉੱਤੇ ਸੀ ਕੇ ਸੇਫ ਰਹਿਣ, ਸੇਫ ਸੋਫੇ ਵਗੈਰਾ ਉੱਤੇ ਮਿਆਨਿਆਂ ਚੜ੍ਹਾ ਕੇ, ਕੱਪੜੇ ਚੜ੍ਹਾ ਕੇ ਕਿ ਗੰਦੇ ਨਾ ਹੋ ਜਾਣ। ਇਸ ਤਰ੍ਹਾਂ ਕੁਝ ਸਮਾਨ ਜਿਹੜਾ ਅਸੀਂ ਜ਼ਰੂਰਤ ਵਾਲਾ ਉਹ ਲਿਆ ਸੀ। ਬਾਕੀ ਇੱਕ ਵੱਡਾ ਸਾਰਾ ਟਰੰਕ ਸੀ ਬਿਸਤਰਿਆਂ ਵਾਲਾ, ਅਤੇ ਉਹਦੇ ਵਿੱਚ ਕਾਲੀਨ ਅਤੇ ਸ਼ੀਸ਼ੇ, ਵੱਡੇ ਸ਼ੀਸ਼ੇ ਸਨ ਘਰਾਂ, ਅਤੇ ਉਹ ਕਰੋਕਰੀ ਉਹ ਪਾ ਕੇ ਉਹਦੇ ਉੱਤੇ ਬੋਰੀਆਂ ਚਾੜ ਕੇ ਉਹ ਤਾਲੇ ਬੰਦ ਕਰਕੇ ਉੱਤੇ ਲਾਖ ਲਾ ਕੇ ਤਾਲਿਆਂ 'ਤੇ ਕਿ ਇਹ ਅਸੀਂ ਆਵਾਂਗੇ ਤਾਂ, ਨਹੀਂ ਤੇ ਮੰਗਵਾ ਲਵਾਂਗੇ, ਬਿਲਟੀ ਆ ਜਾਏਗੀ। ਇਸ ਤਰ੍ਹਾਂ ਕਰਕੇ ਉੱਥੇ ਛੱਡ ਕੇ ਆਏ। ਅਤੇ ਜਦੋਂ ਫਿਰ ਨਹੀਂ ਜਾ ਸਕੇ ਮੁੜ ਕੇ, ਉੱਥੇ ਕੀ ਜਾਣ ਆਉਣ ਹੋਣਾ ਸੀ, ਅਤੇ ਤੁਸੀਂ ਸ਼ਾਇਰਾ ਵਜੋਂ ਅਤੇ ਕਹਾਣੀਕਾਰ ਵਜੋਂ ਬਹੁਤ ਮਕਬੂਲ ਹੋ ਸਾਰੇ ਕਿਧਰੇ, ਪੰਜਾਬੀ ਜਿੱਥੇ ਪੰਜਾਬੀ ਵੱਸਦੇ ਨੇ, ਅਤੇ ਸੁਭਾਵਿਕ ਹੈ ਕਿ ਲਹਿੰਦੇ ਪੰਜਾਬ ਵਿੱਚ ਵੀ ਤੁਸੀਂ ਮਕਬੂਲ ਹੋ। ਕੀ ਕਦੀ ਫਿਰ ਗੁੱਜਰ ਖਾਨ ਦੁਬਾਰਾ ਘਰ ਵੇਖਣ ਗਏ? ਘਰ ਮੈਂ ਗਈ, ਮੈਂ ਪੈਨ ਐਂਡ ਪੀਸ ਦੇ ਨਾਲ ਗਈ ਸਾਂ, ਅਜੀਤ ਕੌਰ ਲੈ ਕੇ ਗਈ ਸੀ, ਅਤੇ ਤਾਂ ਗਈ ਸਾਂ 56 ਸਾਲ ਬਾਅਦ ਮੈਂ ਉਸ ਧਰਤੀ 'ਤੇ ਪੈਰ ਰੱਖਿਆ ਸੀ। ਉਸ ਤੋਂ ਪਹਿਲਾਂ ਇੱਕ ਵਾਰੀ ਜੌਲੀ, ਜਤਿੰਦਰ ਜੌਲੀ ਸੀ ਮੇਰਾ ਬੇਟਾ, ਉਹ ਮੈਨੂੰ ਮੈਂ ਬੜਾ ਤਰਸਦੀ ਸਾਂ ਕਿ ਮੈਂ ਉਸ ਧਰਤੀ 'ਤੇ ਪੈਰ ਰੱਖਾਂ, ਅਤੇ ਉਹ ਮੈਨੂੰ ਲੈ ਗਿਆ, ਉਹਦਾ ਕੋਈ ਵਾਕਫ ਸੀ, ਅਤੇ ਉਹ ਬਾਰਡਰ ਦੇ ਉੱਤੇ ਉਸਨੇ ਉਸ ਅਫਸਰ ਨੂੰ ਕਿਹਾ ਕਿ ਮੇਰੀ ਮਾਂ ਬੜੀ ਤਰਸਦੀ ਹੈ ਅਤੇ ਉਸ ਜ਼ਮੀਨ 'ਤੇ ਪੈਰ ਰੱਖ ਲੈ। ਉਹ ਕਹਿੰਦੇ ਆ ਜਾਓ, ਅਤੇ ਉਹ ਫਿਰ ਉਹਨਾਂ ਦੀ ਪਾਰ ਕਰਕੇ ਨਾ ਚੌਕੀ, ਉਹਨਾਂ ਦੀ ਚੌਕੀ 'ਚ ਜਾ ਕੇ ਉੱਥੇ ਉਹਨੇ ਮੈਨੂੰ ਖੜ੍ਹਾ ਕਰਤਾ, ਅਤੇ ਉਹ ਜਿਹੜਾ ਉੱਥੇ ਉਹਨਾਂ ਦਾ ਸੀ, ਇਹਨਾਂ ਦੇ ਜਿਹੜੇ ਹੁੰਦੇ ਨੇ ਪਹਿਰੇਦਾਰ, ਉਹਨੇ ਮੈਨੂੰ ਕਿਹਾ ਕਿੱਥੋਂ ਆਈ ਹੈ ਭੈਣੂ? ਮੈਂ ਕਿਹਾ ਮੈਂ ਇੱਥੋਂ ਨਹੀਂ ਹਾਂ, ਗੁੱਜਰ ਖਾਨੇ ਨਹੀਂ ਹਾਂ, ਅਤੇ ਰਵਾਤਾ ਮੇਰੇ ਨਾਨਕੇ ਰਵਾਤਾ ਨੇ, ਮੈਂ ਗੁੱਜਰ ਖਾਨੇ ਨਹੀਂ ਹਾਂ। ਅਤੇ ਉਹ ਕਹਿੰਦੇ ਅੱਛਾ, ਮੈਂ ਵੀ ਉੱਥੋਂ ਨਾ ਹਾਂ। ਮੈਂ ਉਹਨੂੰ ਭੈਣੂ ਚੱਲ ਮੈਂ ਤੈਨੂੰ ਲੈ ਜੁਲਾਂ, ਚੱਲ ਮੈਂ ਤੈਨੂੰ ਲੈ ਜੁਲਣਾ। ਮੈਂ ਕਿਹਾ ਬੇਟਾ, ਮੈਂ ਕਿਹਾ ਮੈਂ ਭਰਾਵਾ ਮੈਂ ਕਿਸ ਤਰ੍ਹਾਂ ਜਾ ਸਕਦੀ ਹਾਂ, ਮੈਂ ਤਾਂ ਤੁਹਾਡੇ ਬੱਝੀ ਹੋਈ ਹਾਂ, ਰੋਈ ਜਾਵਾਂ। ਅਤੇ ਕਹਿੰਦਾ ਤੂੰ ਜਦੋਂ ਵੀ ਆਪਣੇ ਬਣਵਾ ਲੈ, ਕਾਗਜ਼ ਬਣਵਾ ਲੈ, ਅਤੇ ਤੂੰ ਆਸੇ ਨਾ, ਅਤੇ ਮੈਂ ਤੈਨੂੰ ਲੈ ਜੁਲਸਾਂ। ਅਤੇ ਮੈਂ ਰੋਂਦੀ ਉੱਥੋਂ ਵਾਪਸ ਆ ਗਈ। ਫਿਰ ਜਦੋਂ ਅਸੀਂ ਪੈਨ ਐਂਡ ਪੀਸ 'ਤੇ ਗਏ ਹਾਂ, ਉੱਥੇ ਉਹ ਸਭ ਬੜੇ, ਉਹਨਾਂ ਨੇ ਲੰਮਾ ਚੌੜਾ ਉਹਨਾਂ ਦੇ ਸਾਡੀ ਰਿਸੈਪਸ਼ਨ ਸੀ, ਫੁੱਲਾਂ ਨਾਲ ਭਰੇ ਟੋਕਰੇ ਚੁੱਕੇ ਕੁੜੀਆਂ ਨੇ, ਅਤੇ ਢੋਲ ਵੱਜਦੇ, ਅਤੇ ਉਹ ਸਭ ਉੱਥੇ ਹੀ ਬਾਰਡਰ ਦੇ ਉੱਤੇ, ਅਤੇ ਉਹ ਸਭ ਮੈਂ ਮਿੱਟੀ ਲਾਈ ਮੱਥੇ ਨਾਲ, ਅਤੇ ਮੈਂ ਤੇ ਮੇਰੀਆਂ ਤਾਂ ਭੁੱਬਾਂ ਨਿਕਲ ਗਈਆਂ। ਅਤੇ ਉਹ ਸਾਰੇ ਉੱਥੇ ਇੰਨੇ ਸਾਰੇ ਸਨ, ਮੀਡੀਆ ਵਾਲੇ ਸਨ ਸਭ, ਅਤੇ ਉਹ ਦੌੜੇ ਮੇਰੇ ਵੱਲ ਕਿ ਕਿਉਂ ਤੁਸੀਂ ਰੋ ਰਹੇ ਹੋ? ਮੈਂ ਕਿਹਾ ਮੈਂ ਆਪਣੇ 56 ਸਾਲਾਂ ਬਾਅਦ ਆਪਣੇ ਵਤਨ 'ਚ ਆਈ ਹਾਂ ਇਹਦੇ ਦਰਸ਼ਨ ਕਰਨ ਵਾਸਤੇ, ਅਤੇ ਤੁਸੀਂ ਮੈਂ ਬਸ ਮੈਨੂੰ ਪਤਾ ਨਹੀਂ ਜਾਣ ਦੇਣਗੇ ਕਿ ਨਹੀਂ ਮੈਨੂੰ, ਪਰ ਮੈਂ ਉਹਨਾਂ ਨੂੰ ਜਾਣਾ ਚਾਹੁੰਦੀ ਹਾਂ, ਆਪਣੇ ਘਰ ਜਾਣਾ ਚਾਹੁੰਦੀ ਹਾਂ। ਖੈਰ ਉਸ ਤੋਂ ਬਾਅਦ ਉਹ ਅਜੀਤ ਕੌਰ ਬੜੀ ਸਖਤ ਸੀ ਇਸ ਮਾਮਲੇ 'ਚ, ਕਿਧਰੇ ਨਹੀਂ ਜਾਣਾ, ਕੋਈ ਨਹੀਂ ਜਾ ਸਕਦਾ, ਹਿੱਲ ਨਹੀਂ ਸਕਦੇ, ਅਸੀਂ ਜਾ ਨਹੀਂ ਸਕਦੇ। ਅਤੇ ਮੈਂ ਇੱਕ ਦਿਨ ਉਹਨੇ ਲਾਹੌਰ, ਇੱਕ ਮੇਰਾ ਭਰਾ ਸੀ ਬਰਕਤ, ਮੇਰੇ ਵੀਰ ਜੀ ਦਾ ਦੋਸਤ ਸੀ, ਉੱਥੇ ਸੈਟਲ ਸਨ, ਉਹਦੇ ਕਰਕੇ ਬਹੁਤ ਤੜਫਦੀ ਸਾਂ, ਉਹ ਵੀ ਬੜਾ ਤੜਫਦਾ ਸੀ, ਮੈਨੂੰ ਚਿੱਠੀਆਂ ਲਿਖਦਾ ਸੀ ਕਿ ਮੈਂ ਤੈਨੂੰ ਇੱਕ ਵਾਰੀ ਵੇਖਾਂ, ਅਤੇ ਉਹਦਾ ਲੱਭਦੇ ਰਹੇ, ਉਹਦਾ ਘਰ ਨਾ ਲੱਭਿਆ, ਤਾਂ ਵੀ ਉਸਨੇ ਕਿਹਾ ਘੰਟੇ 'ਚ ਜਾਣਾ, ਘੰਟੇ 'ਚ ਮੁੜ ਕੇ ਆ ਜਾ। ਅਤੇ ਘੰਟੇ 'ਚ ਮੈਂ ਕੀ ਲੱਭਦੀ, ਅਤੇ ਵਾਪਸ ਆ ਗਈ। ਫਿਰ ਕੋਸ਼ਿਸ਼ ਕੀਤੀ ਬੜੀ, ਪਰ ਮਿਲ ਨਹੀਂ ਸਕੀ। ਅਤੇ ਫਿਰ ਮੈਂ ਜਿਹੜਾ ਡੌਨ ਦਾ ਐਡੀਟਰ ਹੈ ਨਾ, ਉਹਨੇ ਇੰਟਰਵਿਊ ਜਗ੍ਹਾ ਬਾਰ ਲੈ ਰਹੇ ਸਨ, ਅਤੇ ਗੱਲਬਾਤ ਹੋ ਰਹੀ ਸੀ, ਅਤੇ ਉਹਨੇ ਦੇਖਿਆ ਸੀ, ਸਭ TV ਦਿਖਾ ਰਹੇ ਸਨ, ਉਹਨੇ ਮੇਰੇ ਕੋਲ ਆ ਕੇ ਬਹਿ ਗਿਆ, ਲਾਸਟ ਡੇ ਸੀ ਜਿਸ ਦਿਨ, ਅਤੇ ਉਸ ਵੇਲੇ ਬੜਾ ਰੌਲਾ ਰੱਪਾ ਪਿਆ ਹੋਇਆ ਸੀ, ਕਈ ਬਾਹਰੋਂ ਆਏ ਡੈਲੀਗੇਟਸ ਆਏ ਹੋਏ ਸਨ, ਉਹਨਾਂ ਦੀ ਇੰਟਰਵਿਊਜ਼ ਲੈ ਰਹੀ ਸੀ ਅਜੀਤ ਕੌਰ ਵਗੈਰਾ, ਉਹ ਬਿਜ਼ੀ ਸਨ, ਅਤੇ ਉਹ ਮੇਰੇ ਕੋਲ ਆ ਕੇ ਬਹਿ ਗਿਆ। ਮੈਂ ਉਹਨੂੰ ਕਹਿੰਦਾ ਤੁਸੀਂ ਗੁੱਜਰ ਖਾਨ ਜਾਣਾ? ਮੈਂ ਕਿਹਾ ਹਾਂ, ਪਰ ਕਿਸ ਤਰ੍ਹਾਂ? ਕਹਿੰਦੀ ਚੁੱਪ ਚਾਪ, ਹੁਣੇ ਮੇਰਾ ਡਰਾਈਵਰ ਇਸ਼ਾਰਾ ਕਰੇਗਾ ਅਤੇ ਤੁਸੀਂ ਨਾ, ਮੇਰਾ ਫੋਟੋਗ੍ਰਾਫਰ
ਕਹਿੰਦਾ ਉਹ ਇਸ਼ਾਰਾ ਕਰੇਗਾ ਤੁਹਾਨੂੰ, ਤੁਸੀਂ ਉੱਠ ਕੇ ਚੁੱਪਚਾਪ ਬਾਹਰ ਆ ਜਾਣਾ। ਬਾਹਰ ਗੱਡੀ ਤਿਆਰ ਹੋਏਗੀ, ਡਰਾਈਵਰ ਬੈਠਾ ਹੋਏਗਾ, ਤੁਹਾਨੂੰ ਲੈ ਜਾਏਗਾ ਚੁੱਪਚਾਪ, ਕਿਸੇ ਨੂੰ ਨਹੀਂ ਕੁਝ ਦੱਸਣ ਦੀ ਲੋੜ। ਅਤੇ ਇੱਥੇ ਰੌਲਾ ਰੱਪਾ ਹੈ ਅਤੇ ਕਿਹਨੂੰ ਯਾਦ ਹੈ, ਅਤੇ ਮੈਨੂੰ ਤੁਸੀਂ ਜਾਓ। ਉਹ ਮੈਂ ਇਸੇ ਤਰ੍ਹਾਂ ਉਹਨੇ ਮੈਨੂੰ ਇਸ਼ਾਰਾ ਕੀਤਾ ਅਤੇ ਮੈਂ ਬਾਹਰ ਆ ਗਈ। ਅੱਗੇ ਉਹ ਡਰਾਈਵਰ ਇੱਕਦਮ ਹੱਟਾ ਕੱਟਾ ਫਸਟ ਕਲਾਸ ਤਿਆਰ ਸੀ, ਨਾਲ ਫੋਟੋਗ੍ਰਾਫਰ ਸੀ, ਅਤੇ ਅਸੀਂ ਚਲੇ ਗਏ। ਉੱਥੇ ਰਸਤੇ 'ਚ ਮੇਰਾ ਜੱਦੀ ਪਿੰਡ ਰਵਾਤ ਉਹ ਵੀ ਸੀ। ਉੱਥੇ ਦੇ ਬੜੇ ਖੂਬਸੂਰਤ ਹੁੰਦੇ ਨੇ ਟਰੱਕ ਸਜਾਏ ਹੋਏ, ਅਤੇ ਉਹ ਟਰੱਕ ਖੜ੍ਹਾ ਸੀ ਬਿਲਕੁਲ ਨਵਾਂ ਨਵਾਂ। ਉਸ ਦੇ ਨਾਲ ਮੈਂ ਖੜ੍ਹੇ ਹੋ ਕੇ ਫੋਟੋ ਵੀ ਖਿਚਾਈ। ਅਤੇ ਫਿਰ ਅਸੀਂ ਉੱਥੇ ਗਏ। ਉਹਨਾਂ ਅਟਾਰੀ ਕਿੱਥੇ ਮੈਂ ਛੱਡ ਕੇ ਗਈ ਅਤੇ ਕਿੱਥੇ ਕੋਈ ਮੈਨੂੰ ਸਮਝ ਹੀ ਨਾ ਆਏ, ਅਤੇ ਉਹ ਮੈਨੂੰ ਹੋਰ ਹੀ ਨਕਸ਼ਾ ਕੋਈ ਪਤਾ ਹੀ ਨਾ ਲੱਗੇ। ਲੱਭਾਂ ਘਰ ਕਿੱਥੇ, ਕਿਹੜੀ ਗਲੀ ਸੀ, ਕੁਛ ਪਤਾ ਨਾ ਲੱਗੇ। ਔਰ ਉਹ ਪੁੱਛਾਂ, ਮੈਂ ਕਿਹਾ ਤੁਸੀਂ ਪੁੱਛੋ ਇਹ ਬਜ਼ੁਰਗ ਜਿਹਾ ਬੈਠਾ ਹੋਇਆ ਚਿੱਟੀ ਦਾੜੀ ਵਾਲਾ, ਇਹਨੂੰ ਜ਼ਰੂਰ ਪਤਾ ਹੋਏਗਾ ਨਵੇਂ ਮਹੱਲੇ ਦਾ। ਉਹ ਪੁੱਛਣ, ਅਸੀਂ ਤਾਂ ਮੁਹਾਜਰ ਹਾਂ ਜੀ, ਸਾਨੂੰ ਤਾਂ ਨਹੀਂ ਪਤਾ। ਅਤੇ ਜਿਸ ਨੂੰ ਪੁੱਛੋ ਇਹ ਕਹਿਣਾ ਅਸੀਂ ਮੁਹਾਜਰ ਹਾਂ। ਮੈਂ ਤਾਂ ਗਲੀਆਂ ਵਿੱਚੋਂ ਦੇਖਾਂ, ਕਿੱਥੇ ਕੁਛ ਨਜ਼ਰ ਨਾ ਆਏ, ਸਮਝ ਨਾ ਆਏ। ਮੈਂ ਨਾ ਬੜਾ ਮੈਨੂੰ ਰੋਣਾ ਆਇਆ। ਮੈਂ ਮਿੱਟੀ ਚੁੱਕੀ, ਮੱਥੇ ਨਾਲ ਲਾਈ ਅਤੇ ਨਾਲ ਮੈਂ ਰੋਣਾ ਸ਼ੁਰੂ ਕਰ ਦਿੱਤਾ। ਇੰਨੀ ਦੇਰ 'ਚ ਇੱਕ ਮੁੰਡਾ ਸੀ 16-17 ਸਾਲਾਂ ਦਾ, ਉਹਨੇ ਬਨੈਨਾ ਲਟਕਾਈਆਂ ਹੋਈਆਂ ਸਨ ਇੱਕ ਡੰਡੇ 'ਤੇ, ਅਤੇ ਉਹ ਮੇਰੇ ਕੋਲ ਆ ਖੜ੍ਹਾ ਹੋ ਗਿਆ। ਕਹਿੰਦਾ ਕਿ ਆਪਾ ਜੀ ਕਿਉਂ ਰੋਂਦੇ ਹੋ, ਕਿਉਂ ਰੋਂਦੇ ਹੋ, ਕੀ ਹੋਇਆ ਨੇ? ਮੈਂ ਕਿਹਾ ਮੇਰਾ ਘਰ ਗੁਆਚ ਗਿਆ, ਅਤੇ ਉਹ ਲੱਭਣਾ ਨਹੀਂ ਪਿਆ। ਕਿੱਥੇ ਸਾਡਾ ਘਰ ਹੈ? ਮੈਂ ਕਿਹਾ ਨਵੇਂ ਮਹੱਲੇ। ਨਵਾਂ ਮਹੱਲਾ ਤਾਂ ਇੱਥੇ ਕੋਈ ਨਹੀਂ। ਮੈਂ ਕਿਹਾ ਤੈਨੂੰ ਪਤਾ ਤੂੰ ਉਸ ਵੇਲੇ ਹੈ ਸੀ ਗੁਜਰ ਖਾਨ? ਤੂੰ ਕਹਿੰਦਾ ਮੈਂ ਤਾਂ ਉਸ ਵੇਲੇ ਨਹੀਂ ਜੰਮਿਆ ਸਾਂ, ਪਰ ਮੈਨੂੰ ਪਤਾ ਕਿ ਇੱਥੇ ਹਿੱਕ ਸਿੱਖ ਮਾਰਿਆ ਬਸ, ਹੋਰ ਕੋਈ ਸੀ। ਉਹ ਵੀ ਆ ਗਿਆ ਸੀ ਕਿਰਪਾਨ ਕੱਢ ਕੇ, ਅਤੇ ਉਸ ਗਾਲਾਂ ਕੱਢੀਆਂ ਮੁਸਲਮਾਨਾਂ ਕੀ, ਅਤੇ ਫਿਰ ਤਾਂ ਲੋਕਾਂ ਮਾਰ ਛੱਡਿਆ ਉਸਾਂ, ਹੋਰ ਕੋਈ ਨਹੀਂ ਮਰਿਆ। ਅਤੇ ਬਾਕੀ ਇਹ ਨਵਾਂ ਮਹੱਲਾ ਤਾਂ ਹੈ ਕੋਈ ਨਹੀਂ ਇੱਥੇ। ਖੈਰ ਕਈਆਂ ਕੋਲੋਂ ਪੁੱਛਿਆ, ਉਹ ਕਹਿੰਦੇ ਸਾਨੂੰ ਨਹੀਂ ਪਤਾ, ਨਵਾਂ ਮਹੱਲਾ ਕੋਈ ਨਹੀਂ। ਮੈਂ ਕਿਹਾ ਭਾਈ ਪੁੰਛੂ ਨੂੰ ਦੇਰੀ ਪਤਾ ਹੀ? ਕਹਿੰਦਾ ਇੱਕ ਭਾਈ ਪੁੰਛੂ ਨੂੰ ਦੇਰੀ ਥਈ, ਅਤੇ ਹੁਣ ਤਾਂ ਉਹ ਸਾਰੀ ਪੱਟ ਪੁੱਟ ਕੇ, ਅਤੇ ਉਹ ਖੂਹੀ ਵੀ, ਮੈਂ ਕਿਹਾ ਖੂਹੀ ਸੀ, ਖੂਹੀ ਭਰ ਛੱਡੀ ਨੇ, ਉਹ ਵੀ ਕੁਛ ਨਹੀਂ ਆ ਹੁਣ ਉੱਥੇ, ਕੁਝ ਨਹੀਂ। ਮੈਂ ਕਿਹਾ ਅਤੇ ਚੱਲ ਮੈਨੂੰ ਲੈ ਚੱਲ ਉੱਥੇ ਵਿਖਾ। ਉਹ ਮੈਨੂੰ ਗਲੀਆਂ ਵਿੱਚੋਂ ਕੱਢ ਕੇ ਲੈ ਗਿਆ। ਮੈਨੂੰ ਸਮਝ ਨਾ ਆਏ ਬਈ ਇਹ ਕਿਹੜੀ ਗਲੀ, ਪਛਾਣਾ ਕੋਈ ਗਲੀ ਮਿਲ ਜਾਏ ਕਿ ਜਿੱਥੋਂ ਅਸੀਂ ਲੰਘ ਕੇ ਜਾਂਦੇ ਸਾਂ। ਉਹ ਸਾਰੇ ਉਜੜੇ ਪਏ, ਇੰਨੇ ਸੋਹਣੇ ਘਰ ਹੁੰਦੇ ਸਨ ਜਿਹੜੇ ਖੱਤਰੀਆਂ ਨੇ ਬਣਾਏ ਹੋਏ ਸਨ, ਅਤੇ ਉਹਨਾਂ ਦੇ ਖੂਬਸੂਰਤ ਸਜਾ ਕੇ ਰੱਖਦੇ ਸਨ। ਉੱਥੇ ਸਭ ਟੁੱਟੇ ਹੋਏ, ਉਤਲੀਆਂ ਛੱਤਾਂ ਉੱਡੀਆਂ ਹੋਈਆਂ, ਟਾਟ ਲੱਗੇ ਹੋਏ ਦਰਵਾਜ਼ਿਆਂ 'ਤੇ, ਨਾ ਬੰਦਾ ਨਾ ਬੰਦੇ ਦੀ ਜ਼ਾਤ ਕਿਸੇ ਗਲੀ ਵਿੱਚ, ਕਿਤੇ ਅਸੀਂ ਕੁੱਤਾ ਤੱਕ ਨਹੀਂ ਵੇਖਿਆ। ਇੰਨਾ ਉਜਾੜਾ ਸੀ ਉਸ ਵਕਤ ਜਿਸ ਵਕਤ ਮੈਂ ਗਈ ਹਾਂ। ਅਤੇ ਉੱਤੋਂ ਮੇਰੀ ਨਵੀਂ ਮੈਂ ਸੈਂਡਲ ਪਾਈ ਸੀ, ਉਹਦੇ ਮੇਰੇ ਛਾਲੇ ਪੈ ਗਏ ਪੈਰਾਂ ਵਿੱਚ, ਅਤੇ ਦਰਦ ਨਾਲ ਮੇਰਾ ਬੁਰਾ ਹਾਲ। ਪਰ ਮੈਂ ਉੱਥੇ ਗਈ, ਉਹ ਢੱਠੀਆਂ ਢੇਰੀਆਂ ਵੇਖੀਆਂ, ਅਤੇ ਮੇਰਾ ਤਾਂ ਦਿਲ ਬੈਠਦਾ ਜਾਏ। ਅਤੇ ਮੈਂ ਕਿਹਾ ਵੀ ਇੱਥੇ ਗੁਰਦੁਆਰਾ ਵੀ ਇੱਕ ਹੁੰਦਾ ਸੀ, ਸਿੰਘ ਸਭਾ। ਅਤੇ ਕਹਿਣ ਲੱਗਾ ਕਿ ਗੁਰਦੁਆਰਾ ਹੈ ਨਹੀਂ ਹੈ ਹੁਣ, ਗੁਰਦੁਆਰੇ ਵਿੱਚ ਤਾਂ ਮਸਜਿਦ ਬਣ ਗਈ ਹੈ, ਉੱਥੇ ਪੜ੍ਹਾਉਂਦੇ ਨੇ, ਕੁਰਾਨ ਸ਼ਰੀਫ ਪੜ੍ਹਾਉਂਦੇ ਨੇ। ਇੰਨੀ ਦੇਰ 'ਚ ਉੱਥੋਂ ਆਵਾਜ਼ਾਂ ਆ ਰਹੀਆਂ ਸਨ ਕੁਰਾਨ ਸ਼ਰੀਫ ਦੀਆਂ। ਮੈਂ ਕਿਹਾ ਚੱਲ ਕੋਈ ਨਹੀਂ, ਗੁਰੂ ਦਾ ਘਰ ਨਹੀਂ ਅਤੇ ਅੱਲਾ ਦਾ ਘਰ ਤਾਂ ਹੈ ਨਾ, ਅਤੇ ਠੀਕ ਹੈ। ਉੱਥੋਂ ਫਿਰ ਵਾਪਸੀ 'ਤੇ ਮੇਰਾ ਬੜਾ ਹੀ ਬੁਰਾ ਹਾਲ, ਮੈਨੂੰ ਘਰ ਨਾ ਲੱਭਿਆ। ਆ ਕੇ ਉੱਥੇ ਖੜ੍ਹੀ, ਉਦੋਂ ਡਰ ਕੇ ਵਾਪਸ ਛੇਤੀ ਜਾਣਾ ਸੀ। ਉੱਥੋਂ ਹੀ ਫਿਰ ਮੈਂ ਮਿੱਟੀ ਚੁੱਕੀ, ਮੱਥੇ ਨਾਲ ਲਾਈ, ਅਤੇ ਉਹੀ ਤਾਂ ਉਸ ਵੇਲੇ ਉਹ ਆਇਆ ਬਨਾਨਾ ਵਾਲਾ ਮੁੰਡਾ। ਅਤੇ ਮੈਂ ਕਿਹਾ ਇੱਥੇ ਨਾ ਇੱਕ ਚਾਚੇ ਨਰਾਸ ਦੀ ਹੱਟੀ ਹੁੰਦੀ ਸੀ ਕੱਪੜੇ ਦੀ। ਕਹਿੰਦੇ ਚਾਚੇ ਨਰਾਸ ਦੀ ਤਾਂ ਉੱਥੇ ਹੁਣ ਹੱਟੀ ਨਹੀਂ ਹੈ, ਹੁਣ ਉੱਥੇ ਮਸ਼ੀਨ ਲੱਗੀ ਹੋਈ ਹੈ ਆਟਾ ਪੀਸਣ ਵਾਲੀ, ਅਤੇ ਚਾਚੇ ਨਰਾਸ ਦਾ ਨਾਂ ਉੱਥੇ ਹੀ ਸੀ। ਅਤੇ ਉਸ ਦੇ ਨਾਲ ਉਹ ਵੇਖੋ ਉਸ ਖੰਭੇ ਦੇ ਨਾਲ 7ਵੇਂ ਖੰਭੇ 'ਤੇ ਉਸ ਦੀ ਦੁਕਾਨ ਹੈ।
ਉੱਥੇ ਗਈ ਜਿਸ ਵੇਲੇ ਤੇ ਉਸਦੇ ਨਾਲ ਦੇਖਿਆ ਗਲੀ। ਮੈਂ ਕਿਹਾ ਇਹ ਗਲੀ ਹੈ ਸਾਡੀ। ਉਸ ਗਲੀ 'ਚੋਂ ਫਿਰ ਮੈਂ ਅੰਦਰ ਗਈ, ਫਿਰ ਦੇਖਾਂ ਭੂਆ ਚੰਨੋ ਦਾ ਘਰ, ਜਿੱਥੇ ਉਹ ਅੰਨੀ ਸੀ ਅਤੇ ਉਹ ਅੱਖਾਂ ਉਹਦੀਆਂ ਉਹ ਨੀਲੀਆਂ ਨੀਲੀਆਂ ਅੱਖਾਂ ਸਨ, ਦਿਸਦੇ ਨਹੀਂ ਸੀ। ਅਤੇ ਉਹ ਘਰਾਂ 'ਚ ਘਰ ਘਰ ਜਾਂਦੀ ਸੀ, ਲੋਕ ਉਸਨੂੰ ਖਵਾਉਂਦੇ ਪਿਆਉਂਦੇ ਸਨ, ਸਭ ਨੂੰ ਦੁਆਵਾਂ ਦਿੰਦੀ ਜਾਂਦੀ ਸੀ, ਖਾਂਦੀ ਪੀਂਦੀ। ਅਤੇ ਉਹ ਉਸਦਾ ਘਰ ਉੱਥੇ, ਮੈਂ ਕਿਹਾ ਇੱਥੇ ਦਰਵਾਜ਼ੇ 'ਚ ਬਹਿ ਕੇ ਲੂਣਾ ਮਿੱਠਾ ਸਭ ਮਿਲਾ ਕੇ ਖਾਂਦੀ ਹੁੰਦੀ ਸੀ। ਫਿਰ ਸਾਹਮਣੇ ਸਾਡੀ ਗਲੀ ਸੀ। ਅੱਛਾ, ਹੁਣ ਸਾਡੀ ਗਲੀ 'ਚੋਂ 3 ਮੰਜ਼ਲੇ ਮਕਾਨ ਸਨ ਦੋਨੇ ਪਾਸੇ। ਉਹ ਇੱਕ ਇੱਕ ਮੰਜ਼ਿਲ ਸਭ ਇੱਟਾਂ ਹੀ ਚੁੱਕ ਕੇ ਲੈ ਗਏ। ਕੀ ਕੀਤਾ ਉਹਨਾਂ ਨੇ, ਉਹ ਪਛਾਣੀ ਕਿੱਥੋਂ ਜਾਏ। ਮੈਂ ਕਿਹਾ ਇਹ ਨਹੀਂ ਸਾਡੀ ਗਲੀ, ਇਹ ਨਹੀਂ ਗਲੀ। ਚਲੋ ਉਹ ਕਹਿਣ ਮੇਰੇ ਨਾਲ ਸੀ ਜਿਹੜਾ, ਪਤਾ ਨਹੀਂ ਕੀ ਨਾਂ ਸੀ ਉਸਦਾ, ਆਪਾਂ ਚਲੋ ਅੱਗੇ ਦੇਖੋ ਤਾਂ ਸਹੀ। ਉੱਥੇ ਜਾਂਦਿਆਂ ਜਾਂਦਿਆਂ ਤੇ ਘਰ ਦੇਖਾਂ, ਇੱਥੇ ਕੌਰੋ ਦਾ ਘਰ ਹੁੰਦਾ ਸੀ, ਇੱਥੇ ਫਲਾਣੇ ਦਾ ਘਰ ਹੁੰਦਾ ਸੀ। ਬਿਲਕੁਲ ਸ਼ਕਲਾਂ ਹੀ ਬਦਲੀਆਂ, ਉੱਥੇ ਬੋਰੀਆਂ ਲਟਕੀਆਂ ਹੋਈਆਂ ਬਾਹਰ। ਅਤੇ ਆਪਣੇ ਦਰਵਾਜ਼ੇ ਦੇ ਅੱਗੇ ਜਾ ਕੇ ਖੜ੍ਹੀ ਹੋਈ। ਸਾਡਾ ਬਿਲਕੁਲ ਗਲੀ ਦੇ ਵਿਚਕਾਰ ਘਰ ਸੀ ਅਤੇ ਵੱਡਾ ਸਾਰੇ ਦਰਵਾਜ਼ੇ ਸਨ, ਮੋਟੇ ਮੋਟੇ ਲੱਕੜਾਂ ਦੇ ਜਿਹੜੇ ਹੁੰਦੇ ਸਨ। ਅਤੇ ਇੰਨੇ ਉਹਨਾਂ ਦੀਆਂ ਸਿਰ 'ਤੇ ਬਾਹੀਆਂ 'ਤੇ ਕੀ ਹੁੰਦੇ ਸਨ ਰੱਬ ਜਾਣੇ। ਅਤੇ ਉਹ ਘਰ, ਦਰਵਾਜ਼ਾ ਤਾਂ ਹੈ ਸੀ, ਖੂਹੀ ਸੀ ਜਿਹੜੀ ਅੱਧਾ ਇੱਕ ਹਿੱਸਾ ਗਲੀ ਵੱਲ ਖੁੱਲ੍ਹਦਾ ਸੀ, ਇੱਕ ਅੰਦਰ ਖੁੱਲ੍ਹਦਾ ਸੀ। ਅਤੇ ਉਹ ਉੱਥੇ ਬਾਹਰ ਪੋਚਾ ਲੱਗਾ ਸੀ, ਕੁਛ ਨਹੀਂ ਸੀ, ਆਪਣਾ ਪੁਤਾਈ ਹੋਈ ਸੀ। ਮੈਂ ਕਿਹਾ ਸਾਡੇ ਤਾਂ ਘਰ ਖੂਹੀ ਸੀ, ਅਤੇ ਇਹ ਪਤਾ ਨਹੀਂ ਮੈਂ ਕਿੱਥੇ ਆ ਗਈ ਹਾਂ। ਅਤੇ ਇੱਕ ਸਾਹਮਣੇ ਗਲੀ ਨਿਕਲਦੀ ਸੀ, ਸਾਡੇ ਘਰ ਦੇ ਬਿਲਕੁਲ ਸਾਹਮਣੇ ਠੇਕੇਦਾਰਾਂ ਦਾ ਘਰ ਹੁੰਦਾ ਸੀ। ਅਤੇ ਮੈਨੂੰ ਫੋਟੋਗ੍ਰਾਫਰ ਕਹਿੰਦਾ, ਆਪਾਂ ਉਹ ਵੇਖੋ ਸਾਹਮਣੇ ਛੱਜਾ, ਤੁਸੀਂ ਕਹਿੰਦੇ ਸੀ ਉਹ ਦੇਖੋ ਛੱਜਾ। ਉਹ ਮੈਂ ਦੇਖਿਆ ਗਲੀ, ਇਹ ਦੇਖੋ ਤੁਸੀਂ ਗਲੀ ਦੇ ਅੱਗੇ 'ਤੇ ਖੜ੍ਹੇ ਹੋ। ਮੈਂ ਕਿਹਾ ਉਹ ਤੇਰਾ ਭਲਾ ਜੇ, ਇਹ ਤਾਂ ਉਹਨਾਂ ਦਾ ਹੀ ਛੱਜਾ ਠੇਕੇਦਾਰਾਂ ਦਾ। ਅਤੇ ਪਿੱਠ ਪਵਾਈ। ਮੈਂ ਕਿਹਾ ਇਹ ਮੇਰਾ ਘਰ ਹੈ। ਅਤੇ ਪਰ ਉਹਦਾ ਸ਼ਕਲ ਉਹਨਾਂ ਨੇ ਵਿਗਾੜੀ ਹੋਈ, ਭੈੜੀ ਹਾਲਤ ਕੀਤੀ ਸੀ। ਅਤੇ ਉਹਨੇ ਫਿਰ ਘੰਟੀ ਕੀਤੀ ਅਤੇ ਇੱਕ ਸੁਆਣੀ ਨਿਕਲੀ, ਸਿਰ ਬੱਧਾ ਹੋਇਆ ਸੀ ਉਹਨੇ, ਜਵਾਨ ਹੈ ਸੀ, 30-35 ਸਾਲ ਦੀ ਲੇਡੀ ਹੋਣੀ ਹੈ। ਅਤੇ ਉਹਨੇ ਆ ਕੇ ਕਹਿੰਦੀ ਸੀ, ਉਹ ਕਹਿਣ ਲੱਗਾ ਇਹ ਘਰ ਦੇ ਮਾਲਕ ਨੇ ਅਤੇ ਘਰ ਆਏ ਨੇ, ਆਓ ਜੀ ਆਓ, ਆ ਜਾਓ ਆ ਜਾਓ, ਜੀ ਆਇਆਂ ਨੂੰ, ਆ ਜਾਓ। ਉਹ ਵੀ ਇੱਥੋਂ ਗਏ ਹੋਏ ਸਨ ਕਿਧਰੋਂ। ਅਤੇ ਉਹਨਾਂ ਨੇ ਫਿਰ ਸਾਨੂੰ ਅੰਦਰ ਬਾਇਆ। ਅਤੇ ਉਹ ਸਾਡਾ ਜਿਹੜਾ ਵੱਡਾ ਸਾਰਾ ਸੋਫਾ ਹੁੰਦਾ ਸੀ, ਕਮਰਾ, ਉਹਦੇ ਇੱਕ ਪਾਸੇ ਦੋਵਾਂ ਪਾਸੇ 2 ਕੋਠੜੀਆਂ ਸਨ। ਅਤੇ ਇੱਕ ਪਾਸੇ ਦੀ ਕੋਠੜੀ ਹੈ ਸੀ ਜਿੱਥੇ ਅਸੀਂ ਸਾਰਾ ਸਮਾਨ ਰੱਖ ਕੇ ਆਏ ਸਾਂ, ਅਤੇ ਦੂਜੇ ਨਹੀਂ ਸੀ। ਮੈਂ ਕਿਹਾ ਇੱਥੇ ਇੱਕ ਕੋਠੜੀ ਹੁੰਦੀ ਸੀ ਅਤੇ ਉੱਥੇ ਅਸੀਂ ਇਸ ਤਰ੍ਹਾਂ ਗਹਿਣੇ ਦੱਬ ਕੇ ਗਏ ਸਾਂ। ਹਾਂ, ਕਿੱਥੇ ਗਹਿਣੇ ਦੱਸੋ, ਸਾਡੀ ਤਾਂ ਗਰੀਬੀ ਕੱਟੀ ਜਾਏ। ਅਤੇ ਮੈਂ ਕਿਹਾ ਨਹੀਂ, ਉਹ ਅਸੀਂ ਲੈ ਗਏ ਸਾਂ। ਪਹਿਲਾਂ ਤਾਂ ਅਸੀਂ ਜਿਸ ਵੇਲੇ ਅੰਦਰ ਐਂਟਰ ਕੀਤਾ ਅਤੇ ਸੀੜੀਆਂ ਸਨ, ਪੌੜੀਆਂ ਉੱਤੇ, ਚੁਬਾਰਾ ਸੀ ਸਾਡਾ ਬੜਾ ਵੱਡਾ, ਉੱਥੇ 8-9 ਪਲੰਗ ਡਹਿੰਦੇ ਹੁੰਦੇ ਸਨ। ਅਤੇ ਗਰਮੀਆਂ 'ਚ ਅਸੀਂ ਚੁਬਾਰੇ ਦੇ ਉੱਤੇ ਸੌਣਾ। ਬਾਬਾ ਜੀ ਦਾ ਕਮਰਾ ਸੀ ਉੱਤੇ, ਬੜਾ ਸੋਹਣਾ ਨਵਾਂ ਬਣਾਇਆ ਸੀ। ਮੈਂ ਝਟਪਟ ਦਰਵਾਜ਼ਾ ਖੋਲ੍ਹਣ ਗਈ, ਉਹਨੇ ਮੇਰਾ ਹੱਥ ਫੜ ਲਿਆ, ਨਾ 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 ਨਾ, ਇਹ ਕਹਿੰਦੇ ਸਾਰੀ ਡਿੱਗੀਆਂ ਪਈਆਂ ਨੇ ਪੌੜੀਆਂ, ਅਤੇ ਸਾਰੀ ਦੀਵਾਰ ਨੇ ਰੋਕਿਆ ਹੋਇਆ, ਅਤੇ ਇੰਨਾ ਖੋਲ੍ਹੋ। ਉਸ ਤੋਂ ਨਾਲ ਹੀ ਕਮਰਾ ਸੀ, ਉਸ ਨੂੰ ਵੀ ਤਾਲਾ ਲੱਗਿਆ ਸੀ। ਉਸ ਨੂੰ ਹੱਥ, ਕਹਿੰਦੀ ਨਾ 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 ਨਾ, ਇਹ ਸਾਰੀ ਛੱਤ ਡਿੱਗੀ ਹੋਈ ਹੈ, ਅਤੇ ਸਾਡੇ ਕੋਲ ਤਾਂ ਪੈਸੇ ਨਹੀਂ, ਅਸੀਂ ਕਿੱਥੋਂ ਕਰੀਏ। ਨਾਲ ਹੀ ਫਿਰ ਮੇਰੇ ਚੁੱਲ੍ਹਾ ਸੀ ਪਿਆ ਹੋਇਆ। ਮੈਂ ਕਿਹਾ ਇੱਥੇ ਨਾ ਜਿਸ ਵੇਲੇ ਅਸੀਂ ਗਏ ਸਾਂ ਨਾ ਆਖਰੀ ਵਕਤ, ਇੱਥੇ ਉਹ ਢੋਲ ਵਜਾ ਰਹੇ ਸਨ ਅਤੇ ਬੇਜੀ ਪਰੌਂਠੇ ਪਕਾ ਰਹੇ ਸਨ ਪਨੀਰ ਦੇ। ਅਤੇ ਇੱਥੇ ਹੀ ਅਸੀਂ ਉਸੇ ਤਰ੍ਹਾਂ ਹੀ ਢੱਕ ਕੇ ਆਟਾ ਅਤੇ ਸਾਰੀਆਂ ਚੀਜ਼ਾਂ ਢੱਕ ਕੇ ਨਾ, ਕੱਪੜੇ ਪਾ ਕੇ ਅਸੀਂ ਚਲੇ ਗਏ ਸਾਂ। ਅਤੇ ਕਹਿੰਦੀ ਹੈ, ਮੈਂ ਕਿਹਾ ਇਹ ਚੁੱਲ੍ਹਾ, ਕਹਿੰਦੀ ਅਸੀਂ ਤਾਂ ਕਦੀ ਵੇਖਿਆ ਹੀ ਨਹੀਂ, ਧਿਆਨ ਹੀ ਨਹੀਂ ਕੀਤਾ। ਮੈਂ ਕਿਹਾ ਮੇਰੀ ਮਾਂ ਦਾ ਚੁੱਲ੍ਹਾ, ਕਹਿੰਦੀ ਉਹਨਾਂ ਦਾ ਹੀ ਹੋਵੇਗਾ, ਅਸੀਂ ਆਏ ਹਾਂ ਜਦੋਂ ਦਾ, ਅਸੀਂ ਤਾਂ ਕਦੀ ਧਿਆਨ ਨਹੀਂ, ਸਾਨੂੰ ਫੁਰਸਤ ਹੀ ਨਹੀਂ ਮਿਲੀ ਕਦੀ ਵੇਖਣ ਦੀ। ਰਾਂਚੀ ਕਿੰਨਾ ਚਿਰ ਟਿਕਿਆ ਤੁਹਾਡਾ ਪਰਿਵਾਰ? ਰਾਂਚੀ ਫਿਰ ਮੇਰੀ ਮੈਰਿਜ ਤੱਕ ਤੇ ਮੈਂ ਸਾਂ। ਉਸ ਤੋਂ ਬਾਅਦ ਫਿਰ ਮੇਰੇ ਉੱਥੇ ਘਰ ਖਰੀਦ ਲਿਆ, ਜ਼ਮੀਨ ਖਰੀਦ ਲਈ, ਫਿਰ ਉਹਦਾ ਘਰ ਬਣਾਇਆ। ਫਿਰ ਸਾਡੀ ਜੁਆਇੰਟ ਫੈਮਿਲੀ ਸੀ, ਮੇਰੇ ਭਰਾ, ਫਾਦਰ, ਮਦਰ, ਦਾਦੀ ਜੀ ਸਭ, ਅਤੇ ਉੱਥੇ
ਉਹਨਾਂ ਦੀ ਅੰਤ ਉਹਨਾਂ ਦਾ ਉੱਥੇ ਹੋਇਆ। ਅਤੇ ਫਿਰ ਬਾਅਦ ਵਿੱਚ ਵੀਰ ਜੀ ਦੀਆਂ ਧੀਆਂ ਹੀ ਸਨ, ਪੁੱਤਰ ਨਹੀਂ ਸੀ। ਅਤੇ ਉਹ ਫਿਰ ਛੋਟੀ ਧੀ ਕਹਿਣਗੇ ਤੁਸੀਂ ਮੇਰੇ ਉੱਥੇ ਆ ਕੇ, ਉਹਦੇ ਕੋਲ ਘਰ ਨਹੀਂ ਸੀ ਅਤੇ ਉਹਨੂੰ ਫਿਰ ਉਹਨਾਂ ਨੇ 2 ਘਰ ਬਣਾਏ, ਫਲੈਟ ਬਣਾਏ, ਇੱਕ ਉਹਦੇ ਵਾਸਤੇ ਅਤੇ ਇੱਕ ਆਪਣੇ ਵਾਸਤੇ ਨਾਲ। ਉਹ ਫਿਰ ਆਪਣੇ ਅੰਤ ਉਹਨਾਂ ਦਾ ਉੱਥੇ ਹੋਇਆ ਹੈਦਰਾਬਾਦ ਵਿੱਚ। ਤੁਸੀਂ ਨਵੰਬਰ 84 ਦਾ ਵੀ ਸੰਤਾਪ ਹੰਢਾਇਆ ਕੋਈ? ਹਾਂਜੀ, ਉਹੀ ਜੂਨ ਸੀ। ਜੂਨ 'ਚ ਹਰਿਮੰਦਰ ਸਾਹਿਬ 'ਤੇ ਫੌਜ ਆਈ ਚੜ੍ਹ ਕੇ। ਇਹ ਸਾਡੀ ਜੂਨ ਇੱਕ ਹੋਰ ਬਦਲੀ। ਇੱਕ ਅਸੀਂ ਉੱਥੋਂ ਉਜੜ ਕੇ ਆਏ, ਉਹ ਜੂਨ ਸੀ, ਅਤੇ ਇੱਕ ਇਹ ਜੂਨ ਦੂਸਰੀ ਫਿਰ ਅਸੀਂ ਆ ਕੇ ਇਹ ਹੰਢਾਇਆ ਜਿਹੜਾ ਇਹ ਇੰਨਾ ਭਿਆਨਕ ਸੀ ਕਿਉਂਕਿ ਇਸ ਵਿੱਚ ਮੈਨੂੰ ਸਾਰੀ ਸਮਝ ਸੀ, ਉਸ ਵਿੱਚ ਓਨੀ ਸਮਝ ਨਹੀਂ ਸੀ। ਪਿਆਰ ਅਤੇ ਸੰਵੇਦਨਾ ਬਣੀ ਰਹੇ, ਇਸੇ ਕਰਕੇ ਪੰਜਾਬੀ ਜਾਣੇ ਜਾਂਦੇ ਨੇ। ਅਤੇ ਤਾਰਨ ਗੁਜਰਾਲ ਜੀ ਉਹਦੀ ਬਹੁਤ ਵੱਡੀ ਮਿਸਾਲ ਨੇ ਕਿ ਉਹ 2 ਵੱਡੇ ਸੰਤਾਪ ਦੇਖਣ ਦੇ ਬਾਵਜੂਦ ਉਹਨਾਂ ਦੇ ਅੰਦਰ ਮਨੁੱਖਤਾ ਅਤੇ ਸੰਵੇਦਨਸ਼ੀਲਤਾ ਅਤੇ ਸਭ ਤੋਂ ਵੱਡੀ ਗੱਲ ਖੂਬਸੂਰਤੀ ਅਤੇ ਨਫਾਸਤ ਉਵੇਂ ਜਿਵੇਂ ਬਰਕਰਾਰ ਹੈ, ਮਾਸੂਮੀਅਤ ਵੀ। ਅਤੇ ਹੁਣ ਅਸੀਂ ਇਹਨਾਂ ਤੋਂ ਅਖੀਰ ਵਿੱਚ ਉਹ ਮਾਸੂਮੀਅਤ ਭਰੀ ਕਵਿਤਾ ਤਿਤਲੀ ਜੋ ਇਹਨਾਂ ਨੇ ਬੱਚਿਆਂ ਲਈ ਲਿਖੀ ਹੈ, ਇਹ ਇਹੋ ਹੀ ਲਿਖ ਸਕਦੇ ਸਨ। ਉਹ ਕਵਿਤਾ ਸੁਣਦੇ ਹਾਂ। ਤਿਤਲੀ ਨੇ ਤਿਤਲੀ ਤੂੰ ਕਿਹੜੇ ਫੁੱਲੋਂ ਨਿਕਲੀ, ਚੂੜੀਆਂ ਦਾ ਹਾਰ ਜਿਹਾ ਗਲ 'ਚ ਸਜਾਇਆ ਏ, ਲੱਪ ਲੱਪ ਕਜਲਾ ਤੂੰ ਅੱਖਾਂ ਵਿੱਚ ਪਾਇਆ ਏ, ਨੀਲੇ ਪੀਲੇ ਰੰਗਾਂ ਵਾਲੀ ਮੱਥੇ ਉੱਤੇ ਟਿਕਲੀ, ਤਿਤਲੀ ਨੀ ਤਿਤਲੀ ਤੂੰ ਕਿਹੜੇ ਫੁੱਲੋਂ ਨਿਕਲੀ, ਜੈਪੁਰੀ ਝੱਗਾ ਤੇਰਾ ਕਿੱਥੋਂ ਤੂੰ ਸਵਾਇਆ ਏ, ਸੂਰਜੇ ਦੇ ਰੰਗਾਂ ਵਾਲਾ ਗੋਟਾ ਕਿਹਨੇ ਲਾਇਆ ਏ, ਬਣ ਠੰਡ ਸੌਰ ਸਿੱਕਰ ਕਿੱਥੇ ਚੱਲੀ ਇਕੱਲੀ, ਤਿਤਲੀ ਨੀ ਤਿਤਲੀ ਤੂੰ ਕਿਹੜੇ ਫੁੱਲੋਂ ਨਿਕਲੀ, ਝੱਗਾ ਸੁੱਚਾ ਰੇਸ਼ਮੀ ਬਨਾਰਸੋਂ ਮੰਗਾਇਆ ਏ, ਉੱਤੇ ਲੱਪਾ ਛਾਪਾ ਉਦੈਪੁਰੋਂ ਲਗਵਾਇਆ ਏ, ਲਿਸ਼ਕਣੀ ਬਲੌਰੀ ਜੁੱਤੀ ਫਿਸਲੀ ਕੇ ਫਿਸਲੀ, ਤਿਤਲੀ ਹਾਂ ਤਿਤਲੀ ਮੈਂ ਤਿਤਲੀ ਹਾਂ ਤਿਤਲੀ, ਭੋਰੇ ਨੇ ਸ਼ੈਤਾਨ ਬੜੇ ਕੰਮ ਦੇ ਨਾ ਕਰਦੇ, ਜਿੱਥੇ ਜਿੱਧਰ ਜਾਵਾਂ ਅੱਗੇ ਪਿੱਛੇ ਗੇੜੇ ਮਾਰਦੇ, ਤੰਗ ਆ ਕੇ ਉਹਨਾਂ ਤੋਂ ਮੈਂ ਚੜ੍ਹ ਬੈਠੀ ਪਿੱਪਲੀ, ਤਿਤਲੀ ਹਾਂ ਤਿਤਲੀ ਮੈਂ ਤਿਤਲੀ ਹਾਂ ਤਿਤਲੀ, ਸਰਗੀ ਸਵੇਰੇ ਉੱਠਾਂ ਰੱਬ ਨੂੰ ਧਿਆਵਾਂ ਮੈਂ, ਨਿੰਮੀ ਨਿੰਮੀ ਲੋਹ ਵਿੱਚ ਮਲ ਮਲ ਨਹਾਵਾਂ ਮੈਂ, ਸਾਰਾ ਦਿਨ ਉੱਡੀ ਫਿਰਾਂ ਸਾਰਾ ਦਿਨ ਕੰਮ ਕਰਾਂ, ਬਵਾਂ ਨਾ ਮੈਂ ਨਿਚਲੀ, ਤਿਤਲੀ ਹਾਂ ਤਿਤਲੀ ਮੈਂ ਤਿਤਲੀ ਹਾਂ ਤਿਤਲੀ, ਰੱਬ ਜੀ ਨੇ ਆਖਿਆ ਸੀ ਫੁੱਲਾਂ ਕੋਲ ਜਾਈਂ ਤੂੰ, ਰੱਬ ਜੀ ਨੇ ਆਖਿਆ ਸੀ ਫੁੱਲਾਂ ਕੋਲ ਜਾਈਂ ਤੂੰ, ਬਹੁਤਾ ਸਾਰਾ ਵੰਡ ਆਪ ਥੋੜ੍ਹਾ ਜਿਹਾ ਖਾਈਂ ਤੂੰ, ਸਭ ਨੂੰ ਰਜਾਵਾਂ ਫੇਰ ਪਾਉਂਦੀ ਫਿਰਾਂ ਕਿੱਕਲੀ, ਤਿਤਲੀ ਹਾਂ ਤਿਤਲੀ ਮੈਂ ਤਿਤਲੀ ਹਾਂ ਤਿਤਲੀ। ਬਹੁਤ ਖੂਬ ਜੀ। ਇਹ ਭਾਵੇਂ ਬੱਚਿਆਂ ਲਈ ਜਾਪਦੀ ਹੈ ਕਵਿਤਾ, ਪਰ ਮੇਰਾ ਖਿਆਲ ਹੈ ਵੱਡਿਆਂ ਨੂੰ ਇਹਦੇ ਤੋਂ ਜ਼ਿਆਦਾ ਸਬਕ ਲੈਣ ਦੀ ਜ਼ਰੂਰਤ ਹੈ। ਅਤੇ ਤਾਰਨ ਗੁਜਰਾਲ ਜੀ, ਤੁਸੀਂ ਸਾਨੂੰ ਇੰਨਾ ਸਮਾਂ ਦਿੱਤਾ, TV ਪੰਜਾਬ ਵੱਲੋਂ ਤੁਹਾਡਾ ਬਹੁਤ ਸਾਰਾ ਧੰਨਵਾਦ, ਸ਼ੁਕਰੀਆ। ਮੈਂ ਵੀ TV ਪੰਜਾਬ ਦਾ ਬਹੁਤ ਧੰਨਵਾਦ ਕਰਦੀ ਹਾਂ ਕਿ ਉਹਨਾਂ ਮੈਨੂੰ ਮਾਣ ਬਖਸ਼ਿਆ ਅਤੇ ਮੈਂ ਇੰਨੇ ਸਾਰੇ ਲੋਕਾਂ ਦੇ ਰੂਬਰੂ ਹੋ ਸਕੀ ਹਾਂ। ਮਿਹਰਬਾਨੀ। ਸਤਿ ਸ਼੍ਰੀ ਅਕਾਲ ਜੀ, ਮੈਂ ਨਿਰਮਲ ਮਾਨ ਪੂਰਾ ਟੈਕਸਟਾਈਲ ਤੋਂ। ਇਹ ਤੁਸੀਂ ਵੀਡੀਓ ਦੇਖ ਰਹੇ ਸੀ TV ਪੰਜਾਬ ਦੇ ਉੱਤੇ। ਇਹੋ ਜਿਹੇ ਹੋਰ ਜਾਣਕਾਰੀ ਭਰਪੂਰ ਵੀਡੀਓ ਦੇਖਣ ਵਾਸਤੇ TV ਪੰਜਾਬ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਨਾਲ ਹੇਠ ਦਿੱਤੇ ਹੋਏ ਬੈਲ ਆਈਕਨ ਦੇ ਬਟਨ ਦਬਾਓ। ਸਤਿ ਸ਼੍ਰੀ ਅਕਾਲ।